ਜਿਹੜਾ ਨਨਕਾਣਾ ਸਾਹਿਬ ਹੈ ਇਹਦੀ ਮਲਕੀਅਤ ਤੇ ਹੋਰ ਵੀ ਜ਼ਿਆਦਾ ਸੀ, ਕਿਉਂਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਿੱਚ ਰੂਹਾਨੀਅਤ ਦੇ ਉਸ ਖੁਦਾ ਦੇ ਰੂਪ ਨੂੰ ਰਾਏ ਬਲਾਰ ਨੇ ਵੇਖਿਆ ਸੀ ਨਾ। ਇਹ ਰਾਏ ਬਲਾਰ ਦਾ ਪਰਿਵਾਰ ਜੇ ਮੈਂ ਤੁਹਾਨੂੰ ਦੱਸਣ ਲੱਗਾ ਟਾਈਮ ਬਹੁਤ ਲੱਗ ਜਾਣਾ ਹੈ, ਕਿਉਂਕਿ ਪਿੱਛੋਂ ਇਹ ਪਟਨੇਰ ਰਾਜਪੂਤ ਨੇ। ਜਾਮੇ ਦਾ ਭਾਵ ਹੁੰਦਾ ਹੈ ਇਕੱਠ। ਜਾਮਾ ਰਾਏ ਆ ਕੇ ਵਸੇ ਸੀਗੇ। ਉਦੋਂ ਇਹਨਾਂ ਨੂੰ 1.5 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਮੁਗਲ ਬਾਦਸ਼ਾਹ ਵੱਲੋਂ ਮਿਲੀ ਸੀਗੀ। ਇਹ ਰਾਜਪੂਤ ਹਿੰਦੂਆਂ ਦੇ ਵਿੱਚੋਂ ਇਸਲਾਮ ਧਰਮ ਦੇ ਵਿੱਚ ਆਏ ਸੀ। ਬਾਅਦ ਦੇ ਵਿੱਚ ਹੌਲੀ ਹੌਲੀ ਜ਼ਮੀਨਾਂ ਦੀ ਵੰਡ ਹੋਈ। ਜਿਹੜੇ ਤਲਵੰਡੀ ਸ਼ਬਦ ਅਸੀਂ ਕਹਿੰਦੇ ਨਾ, ਬਹੁਤ ਨੇ ਪੰਜਾਬ 'ਚ ਤਲਵੰਡੀਆਂ। ਤਲਵੰਡੀ ਸ਼ਬਦ ਉਦੋਂ ਹੀ ਹੋਂਦ 'ਚ ਆਉਂਦਾ ਜਦੋਂ ਤਲਵੰਡੀ, ਜਦੋਂ ਕਿਸੇ ਜ਼ਮੀਨ ਦੀ ਵੰਡ ਹੁੰਦੀ ਹੈ, ਕਿਸੇ ਵੰਡ ਦਾ ਹਿੱਸਾ ਜਦੋਂ ਕਿਸੇ ਪਰਿਵਾਰ ਕੋਲ ਆਉਂਦਾ ਸੀ, ਉੱਥੇ ਤਲਵੰਡੀ ਸ਼ਬਦ ਜਨਮ ਲੈਂਦਾ ਸੀ। ਤੇ ਤਲਵੰਡੀ ਦੇ ਨਾਲ ਇੱਕ ਨਾਂ ਜ਼ਰੂਰ ਲੱਗਦਾ ਸੀ, ਜਿਵੇਂ ਸਾਬੋ। ਦੱਲੇ ਕਹਿੰਦੇ ਪਰਿਵਾਰ 'ਚੋਂ ਵੱਡਾ ਸਾਬੋ ਸੀ, ਜਿਹਦੇ ਇਲਾਕੇ 'ਚ ਉਹ ਹਿੱਸਾ ਆਇਆ ਸੀ, ਉਹਨੂੰ ਕਿਹਾ ਜਾਣ ਲੱਗਾ ਤਲਵੰਡੀ ਸਾਬੋ। ਇਸੇ ਤਰ੍ਹਾਂ ਪੰਜਾਬ 'ਚ ਬੜੀਆਂ ਤਲਵੰਡੀਆਂ ਨੇ ਜਿਹਦੇ ਅੱਗੇ ਨਾਮ ਲੱਗਦਾ ਤਲਵੰਡੀ। ਇਹਨਾਂ ਭੱਟੀ ਰਾਜਪੂਤਾਂ 'ਚ ਜਿਹੜੇ ਮੁਸਲਮਾਨ ਬਣ ਚੁੱਕੇ ਸੀ, ਜ਼ਮੀਨ ਦੀ ਵੰਡ ਹੋਈ। ਔਰ ਰਾਏ ਬਲਾਰ ਪੱਟੀ ਪੱਠੇ ਵਿੰਡ, ਅਸਲੀ ਨਾਂ ਜਿਹੜਾ ਭੱਟੀ ਵਿੰਡ ਹੈ, ਜਿਹੜਾ ਪਿੰਡ ਭੱਟੀਆਂ ਦੀ ਵੰਡ ਦੇ ਵਿੱਚ ਆਇਆ। ਪੱਠੇ ਵਿੰਡ ਅਸੀਂ ਬਾਅਦ 'ਚ ਪੰਜਾਬੀ 'ਚ ਬਣਾ ਲਿਆ। ਪਹਿਲੇ ਜਿਹੜੇ ਸਾਨੂੰ ਸਰੋਤ ਮਿਲਦੇ ਨੇ 14ਵੀਂ 15ਵੀਂ ਸਦੀ ਦੇ, ਉਹਨਾਂ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਭੱਟੀ ਵਿੰਡ ਹੈ, ਕਿ ਇਹ ਪਿੰਡ ਜਿਹੜਾ ਸੀ ਭੱਟੀਆਂ ਦੀ ਵੰਡ 'ਚ ਆਇਆ। ਇੱਥੋਂ ਉਹਦੀ ਵੰਡ ਦੇ ਵਿੱਚੋਂ ਇਲਾਕਾ ਆਇਆ ਤਲਵੰਡੀ। ਤਲਵੰਡੀ ਗਿਆ ਉਹ, ਤੇ ਨਾਲ ਗੁਰੂ ਨਾਨਕ ਸਾਹਿਬ ਦੇ ਪਿਤਾ ਨੂੰ ਲੈ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉੱਥੇ ਅਜ਼ਮਤ ਦੇ ਕੁਝ ਕ੍ਰਿਸ਼ਮੇ ਵੇਖੇ, ਤੇ ਉਸ ਵੇਲੇ ਉਹਨੇ ਆਪਣੀ ਵੰਡ ਦੇ ਵਿੱਚੋਂ ਥੋੜੀ ਨਹੀਂ 14,500 ਏਕੜ ਦੇ ਕਰੀਬ ਜ਼ਮੀਨ ਜਿਹੜੀ ਸੀ ਗੁਰੂ ਨਾਨਕ ਸਾਹਿਬ ਦੇ ਨਾਂ ਲਾ ਦਿੱਤੀ। ਆ ਪਿੱਛੇ ਜੇ ਤੁਸੀਂ ਪੜ੍ਹਿਆ ਹੋਣਾ, ਇੱਕ ਬੜਾ ਤਗੜਾ ਜੁਡੀਸ਼ੀਅਲ ਸਟੇਟਮੈਂਟ ਆਈ ਸੀ ਪਾਕਿਸਤਾਨ ਦੀਆਂ ਅਖਬਾਰਾਂ ਦੇ ਵਿੱਚ, ਉਰਦੂ ਅਖਬਾਰਾਂ 'ਚ। ਰਾਏ ਬਲਾਰ ਭੱਟੀ ਦੇ ਖਾਨਦਾਨ ਦੇ ਵਿੱਚੋਂ ਹੁਣ ਇੱਕ ਵਕੀਲ ਹੋਏ ਨੇ, ਤੇ ਉਹਨਾਂ ਨੇ ਅਦਾਲਤ ਦੇ ਵਿੱਚ ਕੇਸ ਕਰਕੇ ਉਹ ਦੁਬਾਰਾ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਹੜੀ ਨਨਕਾਣਾ ਸਾਹਿਬ ਦੇ ਨਾਮ ਹੈ। ਪਰ ਅਦਾਲਤ ਦੇ ਵੱਲੋਂ ਕੇਸ ਖਾਰਿਜ ਕਰ ਦਿੱਤਾ ਗਿਆ। ਭਾਵੇਂ ਕਿ ਉਹ ਜ਼ਮੀਨ ਦੇ ਉੱਪਰ ਕੋਈ ਇੱਕ ਮਨੁੱਖ ਕਾਬਜ਼ ਨਹੀਂ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਦੁਰਵਰਤੋਂ ਹੋਈ ਹੈ, ਕਿ ਆਪਣੇ ਸਾਥੀਆਂ ਨੂੰ ਦਿੱਤੇ ਗਏ ਨੇ, ਆਪਣੇ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਨੇ, ਚਹੇਤਿਆਂ ਨੂੰ ਠੇਕੇ ਦੇ ਉੱਪਰ। ਅਜੇ ਤੱਕ ਵੀ ਕਈ ਜਿਹੜੀਆਂ ਐਸੀਆਂ ਜ਼ਮੀਨਾਂ ਨੇ ਗੁਰਦੁਆਰਿਆਂ ਦੀਆਂ 500 ਰੁਪਈਆ ਠੇਕੇ ਦੇ ਉੱਪਰ ਅਜੇ ਵੀ ਕੁਝ ਲੋਕਾਂ ਦੇ ਕੋਲ। ਇਸੇ ਤਰ੍ਹਾਂ ਉਦੋਂ ਵੀ ਦਿੱਤੇ ਗਏ। ਅੱਜ ਵੀ ਬਹੁਤ ਲੋਕਾਂ ਦੇ ਕੋਲ ਜ਼ਮੀਨ ਜਿਹੜੀ ਨਨਕਾਣਾ ਸਾਹਿਬ ਦੀ, ਜਿਹੜੇ ਪਰਿਵਾਰ ਬਾਹਰ ਰਹੇ ਨੇ ਉੱਥੇ। ਮਹੰਤ ਨਾਰਾਇਣ ਦਾਸ, ਇਹਦਾ ਜਿਹੜਾ ਵਡੇਰਾ ਸੀ, ਉਸ ਦੀ ਮੌਤ ਜਿਹੜੀ ਸੀ STD, ਸੈਕਸੁਅਲ ਟ੍ਰਾਂਸਮਿਟਡ ਡਿਸੀਜ਼, ਉਸ ਦੇ ਨਾਲ ਹੋਈ। ਨਾਰਾਇਣ ਦਾਸ ਜਿਹੜਾ ਇਹ ਨਨਕਾਣਾ ਸਾਹਿਬ ਦਾ ਮਹੰਤ ਬਣਿਆ। ਇਹ ਨਨਕਾਣਾ ਸਾਹਿਬ ਦਾ ਮਹੰਤ ਬਣਿਆ ਤੇ ਬ੍ਰਿਟਿਸ਼ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ। ਆਰਡੀਨੈਂਸ ਕਿਉਂ ਜਾਰੀ ਕਰਨਾ ਪਿਆ? ਕਿਉਂਕਿ ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਉਹਦੇ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਨੇ ਦੁਬਾਰਾ ਆਜ਼ਾਦੀ ਦਾ ਝੰਡਾ ਚੁੱਕਿਆ। ਅੱਜ ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਚਾਹੇ ਸਭਰਾਵਾਂ ਦੀ ਜੰਗ ਹੈ, ਚਾਹੇ ਚੇਲਿਆਣੇ ਦੀ ਜੰਗ ਹੈ, ਚਾਹੇ ਮੁਦਕੀ ਦੀ ਜੰਗ ਹੈ, ਚਾਹੇ ਗੁਜਰਾਤ ਦੀ ਜੰਗ ਹੈ, ਇਹਦੇ ਵਿੱਚ ਅੰਗਰੇਜ਼ਾਂ ਦੇ ਗਫ ਤੋਂ ਲੈ ਕੇ ਹੈਨਰੀ ਲਾਰੈਂਸ ਤੱਕ ਸਾਰੇ ਲਿਖਾਰੀਆਂ ਨੂੰ ਇਹ ਗੱਲ ਲਿਖਣੀ ਪਈ ਹੈ ਕਿ ਸਿੱਖਾਂ ਦਾ ਲੀਡਰ ਹੈ ਨਹੀਂ ਸੀ। ਉਹ ਇਸ ਕਰਕੇ ਹਾਰੇ ਨੇ, ਜੇ ਕਿਤੇ ਸਿੱਖਾਂ ਦੇ ਕੋਲ ਕਾਬਲ ਲੀਡਰ ਹੁੰਦਾ ਤਾਂ ਸਿੱਖਾਂ ਨੂੰ ਸਾਡੀ ਤਾਕਤ ਨਹੀਂ ਸੀ ਹਰਾ ਦਿੰਦੇ। ਸ਼ਾਇਦ ਯੂਨੀਅਨ ਜੈਕ ਦੇ ਝੰਡੇ ਦੀਆਂ ਤਾਰਾਂ ਵਿਖਰ ਜਾਂਦੀਆਂ ਪੰਜਾਬ ਦੀ ਧਰਤੀ ਦੇ ਉੱਪਰ। ਇਹ ਗੱਲ ਬ੍ਰਿਟਿਸ਼ ਰਾਈਟਰ ਲਿਖਦੇ ਨੇ, ਜਿੰਨੇ ਵੀ ਬ੍ਰਿਟਿਸ਼ ਦੇ ਰਾਈਟਰ ਨੇ। ਉਸ ਸਮੇਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਦਸੰਬਰ 1892 ਦੇ ਵਿੱਚ ਇੱਕ ਗੱਲ ਚੱਲੀ ਸੀ ਕਿ ਸਿੱਖ ਸ਼ਰਾਈਨਸ ਆਰ, ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਨੇ, ਸਟੇਟ ਵਿਦਿਨ ਦਾ ਸਟੇਟ। ਇੱਕ ਬੜੀ ਵੱਖਰੀ ਗੱਲ ਸੀ। ਇਸ ਗੱਲ ਦੇ ਉੱਪਰ ਚਰਚਾ ਹੋਈ ਕਿ ਸਿੱਖਾਂ ਦੇ ਗੁਰਦੁਆਰੇ ਸਟੇਟ ਦੇ ਵਿੱਚ ਵੀ ਇੱਕ ਵੱਖਰੀ ਸਟੇਟ ਨੇ, ਕਿਉਂਕਿ ਧਰਮ ਤੇ ਰਾਜਨੀਤੀ ਦੇ ਕੇਂਦਰ ਨੇ। ਜਿੰਨਾ ਚਿਰ ਤੱਕ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਕਬਜ਼ਾ ਨਹੀਂ ਕੀਤਾ ਜਾਂਦਾ, ਮਤ ਸਮਝੋ ਕਿ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਦਬਾ ਲਿਆ ਸੀ। ਬ੍ਰਿਟਿਸ਼ ਨੇ ਇੱਕ ਪਾਲਿਸੀ ਵਰਤੀ ਕਿ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਰੈਵਨਿਊ ਡਿਪਾਰਟਮੈਂਟ ਦੇ ਅੰਡਰ ਲੈ ਆਉਂਦਾ, ਜਿਸ ਤਰ੍ਹਾਂ ਪਟਵਾਰੀਆਂ ਦੇ ਕੋਲ ਪ੍ਰਬੰਧ ਹੁੰਦਾ ਅੱਜ ਵੀ ਖੇਤਾਂ ਦਾ, ਜ਼ਮੀਨ ਦਾ। ਜਿਹੜਾ ਗੁਰਦੁਆਰਾ ਪ੍ਰਬੰਧ ਸੀ ਉਹ ਰੈਵਨਿਊ ਡਿਪਾਰਟਮੈਂਟ ਦੇ ਕੋਲ ਆਇਆ। ਹੁਣ ਖਿਆਲ ਕਰਿਓ, ਰੈਵਨਿਊ ਡਿਪਾਰਟਮੈਂਟ ਦਾ ਜਿਹੜਾ ਹੈੱਡ ਸੀ, ਉਹਦੀਆਂ ਸਾਰੀਆਂ ਤਾਕਤਾਂ ਡਿਪਟੀ ਕਮਿਸ਼ਨਰ ਦੇ ਕੋਲ। ਮਹੰਤ ਜਿਹੜਾ ਉਹ ਧਾਰਮਿਕ ਆਗੂ ਹੈ। ਜਿਹੜਾ ਰੈਵਨਿਊ ਮਿਨਿਸਟਰ ਹੈ ਐਡਮਿਨਿਸਟ੍ਰੇਸ਼ਨ ਹੈ, ਡਿਪਟੀ ਕਮਿਸ਼ਨਰ ਲਾਹੌਰ ਦਾ ਮਿਸਟਰ ਕਿੰਗ। ਹੁਣ ਜਦੋਂ ਡਿਪਟੀ ਕਮਿਸ਼ਨਰ ਤੇ ਕਰਪਟ ਧਾਰਮਿਕ ਲੀਡਰਸ਼ਿਪ ਤੇ ਮਾੜੇ ਸਾਥੀ, ਤਿੰਨ ਚੀਜ਼ਾਂ, ਰਾਜਾ, ਮੁਕੱਦਮ ਤੇ ਕਾਜ਼ੀ, ਜਦੋਂ ਤਿੰਨੇ ਚੀਜ਼ਾਂ ਕਰਪਟ ਮਿਲ ਜਾਣ, ਫਿਰ ਗੁਰਦੁਆਰੇ 'ਚ ਮਾੜੇ ਕੰਮ ਕਿਉਂ ਨਹੀਂ ਹੋਣਗੇ? ਹੋਣਗੇ। ਜਿਸ ਬੰਦੇ ਦਾ ਇਖਲਾਕ ਮਾੜਾ ਹੋਵੇ ਤੇ ਪਿੱਛੇ ਰਾਜਨੀਤਿਕ ਤਾਕਤ ਹੋਵੇ, ਉਹ ਕਿਉਂ ਨਹੀਂ ਦੁਰਵਰਤੋਂ ਕਰੂਗਾ? ਜ਼ਰੂਰ ਕਰੂਗਾ। ਮਹੰਤ ਨਾਰਾਇਣ ਦਾਸ ਨੇ ਵੀ ਕੀਤੀ। ਕਿਉਂ? ਪਿੱਛੇ ਡਿਪਟੀ ਕਮਿਸ਼ਨਰ ਦਾ ਹੱਥ ਸੀ। ਔਰ ਮਹੰਤ ਨਾਰਾਇਣ ਦਾਸ, ਜੇਕਰ ਤੁਸੀਂ ਉਸ ਵੇਲੇ ਦੇ 26 ਦਸੰਬਰ 1920 ਦਾ ਇੱਕ ਸਰਕੂਲਰ ਵੇਖੋ ਨਾ, ਤਾਂ ਬੜੀ ਅਹਿਮ ਗੱਲ ਹੈ
कि लाहौर के डिप्टी कमिश्नर ने पूरी इंडिया दे विच ये गल कह दी सी कि महंत नारायण दास हिंदुस्तान के किसी भी हिस्से दे विचों अपने वैपन के लाइसेंस बनाना चाहे, इसनूं रोकिया ना जाए। कितों भी असला खरीद सकता है, कितों भी वैपन लाइसेंस लै सकता है। और ख्याल करो किन्ने हथियार इकट्ठे किए होणगे जिस मनुख नूं ये इजाजत मिल जाए डिप्टी कमिश्नर के वलों कि ये हर थां दे उपरों हथियार खरीद सकता है। कुदरतन एक घटना वापरी, एक सिंधी परिवार मत्था टेकण वास्ते आया ननकाना साहब दे विच, उन्हां दी बेटी नूं बलात्कार करके खपा दिता गया, नहीं लभी, बड़ी कोशिश की। ये चौथी घटना सी जदों कोई बच्ची गुरुद्वारे मत्था टेकण आई और गुरुद्वारे च अगवा करके बलात्कार करके कतल कर दी गई। अखीर सिख लीडरशिप तक ये सारियां गल्लां पहुंचियां। मास्टर तारा सिंह, महताब सिंह, टहल सिंह, चंदा सिंह, उत्तम सिंह, सरदार लक्ष्मण सिंह धारोवाली और करतार सिंह झब्बर, इन्हां सारिਆਂ ने एक मीटिंग की है। मीटिंग ये की कि 5 मार्च ਨੂੰ ਅਸੀਂ महंत नारायण दास ਦੇ ਕੋਲੋਂ गुरुद्वारा प्रबंध ਜਿਹੜਾ ਉਹ संभाल ਲਵਾਂਗੇ। गुरुद्वारा प्रबंध ਨੂੰ संभालਣ ਦੇ ਵਾਸਤੇ ਸਿੱਖਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। जिस वेले ये लाहौर के खालसा स्कूल दे विच मीटिंग करके फैसला लै रहे सी, उदों एक ब्राह्मणा का बच्चा सुन रहा सी। उसने घर जाके अपने पिता नूं दस्सिया, पिता जी 10वीं क्लास का विद्यार्थी सी, अज मैं सुनिया सिखां दे लीडर जिहड़े ने वो महंत दे कोलों गुरुद्वारा खोहण दीयां स्कीमां बना रहे सी। उन्हां 5 मार्च दिन दस्सिया। बच्चे ने अपने पिता नूं दस्सिया, पिता जिहड़ा नारायण दास का चेला सी, उसने आके नारायण दास नूं दस दिता, कहंदा है कि तेरे जिहड़े सिख विरोधी ने वो तेरे हथों गुरुद्वारा खोहण दीयां कोशिशां दे विच ने। नारायण दास ने उस वेले डिप्टी कमिश्नर किंग दे नाल गल कीती। उस वेले दे अज भी खैर मेरे ख्याल नाल हुण है थोड़ी बहुती पर घट ही गई है, 10 नंबरी बदमाश हुंदे सी। 4 10 नंबरी बदमाश मंगवाए गए, रांझा, रहाणा, असलम ते हरिया, ये 4 बदमाश सी जिहड़े उस वेले 10 नंबरी बदमाश सी। इन्हां नूं एक काम दिता गया, इन्होंने यह कहा गया कि गुरुद्वारे दे विच हथियार, तेल दीयां पीपियां, इट्टां रोड़े, बरशियां, किरपाना, बंदूकां, पिस्तौल, तमंचे, कारपाइनां सारे इकट्ठे कर लो। 5 मार्च नूं सिखां दे लीडर आउणगे, असीं सारे कतल कर देवांगे, सारे ही कतल कर दिते जाणगे। और ये जिहड़े 4 बदमाश सी, इन्हां सारिਆਂ दी 5 मार्च की हाज़री थाणे विच होवेगी। जदों इन्हां नूं गिरफ्तार किया जाएगा तो इन्हों बरी कराना बड़ा सौखा होगा जी। ये तो थाने दे विच हाज़र सी क्योंकि इन्होंने तो कोई मुकदमा चल रहा सी, ये तो उत्थे है ही नहीं सी। ये प्लैनिंग बनाई गई और इस प्लैनिंग का पता सरदार उत्तम सिंह नूं लग गया। सरदार उत्तम सिंह ने कुछ सिख लीडरशिप तक एक गल पहुँचाई। उन्हां चों सरदार पहले सन सरदार लक्ष्मण सिंह धारोवाली, जिन्हां दे अस्थान के उपरों तुसीं जित्थों के इस पिंड दे नाल उन्हां दा संबंध सी, वसनीक सी। और सब तो वड्डी गल कि मत ये समझिए कि उन्होंने शहादत सब तो वड्डी सी। उन्होंने शहादत के पिछे सब तो वड्डी अहमियत यह सी कि जे किते ये घटना ना वापरदी तो सिखां की सारी लीडरशिप खत्म हो जानी सी। जे किते ये घटना 5 मार्च नूं वापरदी तो माफ़ करना सरदार महताब सिंह, तारा सिंह, उत्तम सिंह, टहल सिंह, चंदा सिंह, देवा सिंह, लक्ष्मण सिंह, करतार सिंह झब्बर, ईशर सिंह मझैल, इन्हां चों कोई भी लीडर ना बचदा, क्योंकि सारे 5 मार्च नूं जाना सी, सारे कतल कर दिते जाने सी। सरदार झब्बर ने और सरदार लक्ष्मण सिंह ने फैसला किया है कि इस तो पहला कि सिख लीडरशिप नूं बेरहमी दे नाल कतल कर दिता जाए, असीं गुरुद्वारे का प्रबंध नारायण दास के कोलों लै लईए। मीटिंगां होईयां, उन्हां मीटिंगां दे विच एक दिन मिथ्या गया कि 20 फरवरी की रात नूं असीं ननकाना साहब के 2 को बार पंचपुले के स्थान पर इकट्ठे होवांगे। सवेरे अमृत वेला होवेगा 21 फरवरी का दिन, तो असीं जाके गुरुद्वारा साहब का शांतमई ढंग के नाल कब्जा लै लवांगे। हुण ख्याल करियो, इस गल के वास्ते उन्हां समयां च ना तो कोई मोबाइल, ना कोई टैलीफोन, ना कोई होर ढंग तरीका, तो खबर बहुत छेती पहुँचाउणी सी। टैलीग्राम ही एक साधन सी, ते टैलीग्राम जिहड़ी सी वो जिस प्रबंध के विचों लंघ के जाती है, तुहानूं पता है पुराने बजुर्गों नूं, उहनूं कोई भी पढ़ सकता है। टैलीग्राम करने वाला भी, टैलीग्राफिक सिस्टम भी, तो जिहदे कोल अग्गे पहुँचदी वो भी पढ़ सकता है। हुण सी कि अंग्रेज़ों तो ते महंत के बंदियां तो किस तरह इस गल नूं छुपाया जाए, एक कोडवर्ड तैयार किया गया। एक एक बंदा सिखां दे पिंडां च तोर दिता गया, उन्हां दे एड्रैस लए गए, तो नाल ही उन्होंने कह दिता गया कि जे 20 फरवरी का प्रोग्राम पक्का होया कि असीं 21 नूं कब्जा लेना है, तो सानूं एक टैलीग्राम आवेगी,
ਜੇਕਰ ਉਸ ਟੈਲੀਗ੍ਰਾਮ ਤੇ ਲਿਖਿਆ ਹੋਵੇ ਕੰਬਲ ਲੱਭ ਪਏ ਨੇ ਤੁਸੀਂ ਆ ਜਾਣਾ, ਜੇ ਲਿਖਿਆ ਹੋਵੇ ਕੰਬਲ ਨਹੀਂ ਲੱਭੇ ਫਿਰ ਤੁਸੀਂ ਨਹੀਂ ਆਉਣਾ। ਸੋ ਇਹ ਉਸ ਵੇਲੇ ਦਾ ਇੱਕ ਬੜਾ ਵੱਡਾ ਸੀਕ੍ਰੇਟ ਕੋਡ ਸੀ, ਕੰਬਲ ਲੱਭ ਪਏ ਨੇ। ਅਖੀਰ 17, 18, 19 ਫਰਵਰੀ ਨੂੰ ਇਹ ਟੈਲੀਗ੍ਰਾਮ ਸਿੱਖਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ, ਕੰਬਲ ਲੱਭ ਪਏ ਨੇ। ਇਹਦਾ ਮਤਲਬ ਸੀ ਕਿ ਹੁਣ ਅਸੀਂ 20 ਫਰਵਰੀ ਨੂੰ ਨਨਕਾਣਾ ਸਾਹਿਬ ਨੂੰ ਚਾਲੇ ਪਾਉਣੇ ਨੇ। ਸਿੱਖਾਂ ਨੇ ਪਿੰਡਾਂ ਦੇ ਵਿੱਚ ਸ਼ਹੀਦੀ ਜਥੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਅਕਾਲੀ ਦਲ ਦਾ ਮੁੱਢ ਬੱਜਿਆ। ਮਾਫ ਕਰਨਾ, ਭਾਵੇਂ ਅੱਜ ਅਕਾਲੀ ਦਲ ਜਿਹੜਾ ਉਹਨਾਂ ਰਵਾਇਤਾਂ ਦੇ ਉੱਪਰ ਨਹੀਂ ਕਾਬਜ ਰਹਿ ਸਕਿਆ ਜਾਂ ਕਾਇਮ ਨਹੀਂ ਰਹਿ ਸਕਿਆ, ਪਰ ਅਕਾਲੀ ਦਲ ਦਾ ਜਿਹੜਾ ਮੁੱਢ ਹੈ ਉਹ ਉਹਨਾਂ ਸ਼ਹੀਦੀ ਜਥਿਆਂ ਦੇ ਵਿੱਚੋਂ ਬੱਚਾ। ਇਹ ਅਕਾਲੀ ਜਥੇ ਸੀ, ਇਹਨਾਂ ਨੂੰ ਅਕਾਲੀ ਜਥੇ ਕਿਹਾ ਜਾਣ ਲੱਗਾ। ਉਸ ਵੇਲੇ ਪਿੰਡਾਂ ਦੇ ਵਿੱਚ ਸੁਨੇਹੇ ਪਹੁੰਚੇ। ਮੈਂ ਤੁਹਾਡੀ ਸੂਰਤ ਨੂੰ ਥੋੜਾ ਹੋਰ ਪਿੱਛੇ ਲੈ ਕੇ ਜਾਣਾ ਚਾਹੁੰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਖੜਕ ਸਿੰਘ ਦਾ ਪੁੱਤਰ ਕੰਵਰ ਨੌਨਿਹਾਲ ਸਿੰਘ, ਉਸ ਦਾ ਇੱਕ ਆਪਣਾ ਸਿਪਾਹੀ ਦਸਤਾ ਸੀ ਗੁਰੂ ਹਰ ਰਾਏ ਸਾਹਿਬ ਦੇ ਨਾਂ ਦੇ ਉੱਪਰ, ਔਰ ਉਸ ਦੇ ਵਿੱਚ ਇੱਕ ਬੜੇ ਜਾਂਬਾਜ਼ ਬਹਾਦਰ ਸਨ, ਉਹਨਾਂ ਦਾ ਨਾਮ ਸੀ ਦਿੱਤ ਸਿੰਘ। ਉਸ ਦੇ ਬੇਟੇ ਦਾ ਨਾਮ ਕਾਬਲ ਸਿੰਘ ਸੀ। ਕਾਬਲ ਸਿੰਘ ਦੀ ਘਰਵਾਲੀ ਦਾ ਨਾਮ ਹਰਨਾਮ ਕੌਰ ਸੀ ਤੇ ਹਰਨਾਮ ਕੌਰ ਦੇ ਬੇਟੇ ਦਾ ਨਾਮ ਕਿਹਰ ਸਿੰਘ ਸੀ। ਇਹ ਜਿਹੜਾ ਕਿਹਰ ਸਿੰਘ ਹੈ ਇਹ ਬ੍ਰਿਟਿਸ਼ ਆਰਮੀ ਦੇ ਵਿੱਚ ਸੀ। ਬ੍ਰਿਟਿਸ਼ ਆਰਮੀ ਦੇ ਵਿੱਚ ਜਿਹੜਾ ਕਿਹਰ ਸਿੰਘ ਸੀ ਇਹ ਬੜਾ ਬਹਾਦਰ ਸੀ। ਇਸਨੇ ਐਥਲੈਟਿਕਸ ਦੇ ਵਿੱਚ ਉਹਨਾਂ ਸਮਿਆਂ 'ਚ 2 ਗੋਲਡ ਮੈਡਲ ਜਿੱਤੇ। ਸ਼ਿਕਾਰੀ ਬੜਾ ਵਧੀਆ ਸੀ। 1913-14 ਦੀ ਅੰਗਰੇਜ਼ੀ ਅਖਬਾਰ ਦੇ ਵਿੱਚ ਇੱਕ ਤਸਵੀਰ ਛਪੀ ਸੀ। ਕਿਸ ਕਰਕੇ ਉਹ ਤਸਵੀਰ ਛਪੀ ਸੀ ਕਿ ਇਹ ਕਿਹਰ ਸਿੰਘ ਆਪਣੇ ਅੰਗਰੇਜ਼ ਆਫੀਸਰ ਦੇ ਨਾਲ ਸ਼ਿਕਾਰ ਵਾਸਤੇ ਗਿਆ। ਜੰਗਲ ਦੇ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਦੇ ਵਾਸਤੇ ਮਚਾਨ ਬਣਾਇਆ ਜਾਂਦਾ। ਇਹ ਮਚਾਨ ਦੇ ਉੱਪਰ ਬੈਠਾ ਇਸ ਦਾ ਆਫੀਸਰ, ਕਿਹਰ ਸਿੰਘ ਥੱਲੇ ਹੈ। ਸ਼ੇਰ ਦੀ ਦਹਾੜ ਸੁਣੀ, ਆਵਾਜ਼ ਸੁਣੀ ਤੇ ਇਸ ਦਾ ਆਫੀਸਰ ਕਹਿੰਦਾ ਕਿਹਰ ਸਿੰਘ ਜਲਦੀ ਉੱਪਰ ਆ ਜਾਓ, ਸ਼ੇਰ ਆ ਗਿਆ। ਤੇ ਕਿਹਰ ਸਿੰਘ ਕਹਿੰਦਾ ਤੁਸੀਂ ਉੱਪਰ ਰਹੋ, ਮੈਂ ਉੱਪਰ ਨਹੀਂ ਆ ਸਕਦਾ। ਕਹਿੰਦਾ ਕਿਉਂ ਨਹੀਂ ਆ ਸਕਦਾ? ਕਹਿੰਦਾ ਇਸ ਕਰਕੇ ਕਿ ਸ਼ੇਰ ਇੱਕ ਹੈ ਤੇ ਅਸੀਂ 2 ਹਾਂ। ਕਹਿੰਦਾ ਤੂੰ ਵੀ ਤਾਂ ਇੱਕ ਹੈ, ਦੂਸਰੇ ਪਾਸੇ ਸ਼ੇਰ ਹੈ ਤੇ ਤੂੰ ਕਹਿ ਰਿਹਾ ਅਸੀਂ 2 ਹਾਂ। ਕਹਿੰਦਾ ਹਾਂ, ਮੇਰੀ ਮਾਂ ਨੇ ਮੇਰਾ ਨਾਂ ਕਿਹਰ ਸਿੰਘ ਰੱਖਿਆ ਹੈ। ਕਿਹਰ ਦਾ ਮਤਲਬ ਵੀ ਸ਼ੇਰ ਹੈ ਤੇ ਸਿੰਘ ਦਾ ਮਤਲਬ ਵੀ ਸ਼ੇਰ ਹੈ। ਸੋ ਸ਼ੇਰ ਇੱਕ ਆ ਰਿਹਾ ਹੋਵੇ ਤੇ ਜਿਸ ਦੇ ਨਾਂ ਦੇ ਵਿੱਚ 2 ਸ਼ੇਰਾਂ ਦਾ ਜ਼ਿਕਰ ਹੋ, ਕਿਵੇਂ ਭੱਜ ਸਕਦਾ? ਕਹਿੰਦਾ ਹੁਣ ਤੇ ਸ਼ੇਰ ਨਾਲ ਮੁਕਾਬਲਾ ਹੋਵੇਗਾ। ਰਾਈਫਲ ਵੀ ਇਸ ਦੇ ਕੋਲ ਨਹੀਂ ਸੀ, ਬਰਛੀ ਸੀ। ਉਸ ਦੇ ਨਾਲ ਕਿਹਰ ਸਿੰਘ ਨੇ ਸ਼ੇਰ ਦਾ ਮੁਕਾਬਲਾ ਕੀਤਾ। ਸਰਦਾਰ ਸ਼ਮਸ਼ੇਰ ਸਿੰਘ ਝਬਾਲੀਆ ਨੇ ਆਪਣੀ ਕਿਤਾਬ ਦੇ ਵਿੱਚ ਉਹ ਤਸਵੀਰ ਜਿਹੜੀ ਸੀ ਉਹ ਜਾਰੀ ਕੀਤੀ ਸੀ, ਸਭ ਤੋਂ ਪਹਿਲਾਂ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਆਈ ਸੀ। ਇਸ ਕਿਹਰ ਸਿੰਘ ਨੇ ਆਪਣੇ ਬਰਛੇ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ। ਸ਼ੇਰ ਮਾਰਿਆ ਗਿਆ, ਆਫੀਸਰ ਖੁਸ਼ ਹੋਇਆ। ਕਿਹਰ ਸਿੰਘ ਦੇ ਘਰ ਵਿਆਹ ਨੂੰ ਕਾਫੀ ਸਮਾਂ ਹੋ ਚੁੱਕਾ ਸੀ, ਕੋਈ ਬੱਚਾ ਨਾ ਹੋਇਆ। ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕੀਤੀ। ਕੁਦਰਤਨ ਕੁਝ ਚਿਰ ਬਾਅਦ ਇੱਕ ਬੱਚੇ ਨੇ ਜਨਮ ਲਿਆ, ਪਰ ਅਫਸੋਸ ਬੱਚੇ ਦਾ ਜਨਮ ਲੈਂਦਿਆਂ ਮਾਂ ਦੀ ਮੌਤ ਹੋ ਗਈ। ਬੱਚੇ ਦਾ ਨਾਮ ਗੁਰੂ ਦਰਬਾਰ ਚੋਂ ਮਿਲਿਆ ਹੋਣ ਕਰਕੇ ਦਰਬਾਰਾ ਸਿੰਘ ਰੱਖਿਆ ਗਿਆ। ਮਾਂ ਦੀ ਮੌਤ ਤੋਂ ਬਾਅਦ ਬੱਚੇ ਨੂੰ ਉਸਦੀ ਦਾਦੀ ਹਰਨਾਮ ਕੌਰ ਨੇ ਪਾਲਿਆ। ਹਰਨਾਮ ਕੌਰ ਜਿਹੜੀ ਹੈ ਕਿਹਰ ਸਿੰਘ ਦੀ ਮਾਤਾ, ਕਾਬਲ ਸਿੰਘ ਦੀ ਘਰਵਾਲੀ ਹੈ, ਬੱਚੇ ਨੂੰ ਪਾਲਦੀ ਹੈ। ਬੱਚਾ 4-5 ਸਾਲ ਦਾ ਹੋਇਆ। ਉਸ ਮਾਫ ਕਰਨਾ, ਅੱਜ ਤੇ ਸਾਡੇ ਕੋਲ ਟੀਵੀ ਦੇ ਅੱਗੋਂ ਉੱਠਣ ਦਾ ਵੇਲ ਹੀ ਨਹੀਂ ਹੈਗਾ। ਉਸ ਸਮੇਂ ਦਾਦੀ ਮਾਂ ਜਿਹੜੀ ਹੈ ਉਹ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਆਪਣੇ ਧਰਮ ਦੇ ਬਾਰੇ ਦੱਸਦੀ ਹੈ। ਸਾਡਾ ਧਰਮ ਕੀ ਹੈ, ਸਾਹਿਬਜ਼ਾਦੇ ਕਿੰਝ ਸ਼ਹੀਦ ਹੋਏ, ਸ਼ਹਾਦਤਾਂ ਕਿਵੇਂ ਹੁੰਦੀਆਂ ਨੇ, ਸ਼ਹੀਦ ਕਿਹਨੂੰ ਕਹਿੰਦੇ ਨੇ, ਇਹ ਸਾਰਾ ਕੁਝ ਉਹ ਬੱਚਾ ਆਪਣੀ ਮਾਂ ਦੀ ਗੋਦ 'ਚੋਂ ਸਿੱਖਦਾ ਹੈ। ਤੇ ਮਾਫ ਕਰਨਾ, ਇੱਕ ਦਿਨ ਉਹ ਆਪਣੀ ਮਾਂ ਨੂੰ ਇੱਕ ਸਵਾਲ ਕਰਦਾ ਹੈ, ਦਾਦੀ ਮਾਂ ਨੂੰ, ਦਾਦੀ ਮਾਂ ਸ਼ਹੀਦ ਕੌਣ ਹੁੰਦਾ ਹੈ? ਕਹਿੰਦੀ ਪੁੱਤ ਜਿਹੜਾ ਆਪਣੇ ਧਰਮ ਦੇ ਵਾਸਤੇ ਜਾਨ ਕੁਰਬਾਨ ਕਰਦਾ ਹੈ। ਕਹਿੰਦਾ ਸਾਹਿਬਜ਼ਾਦੇ ਕਿਉਂ ਸ਼ਹੀਦ ਸਨ? ਕਹਿੰਦੀ ਕਿਉਂਕਿ ਸਾਹਿਬਜ਼ਾਦੇ ਨੇ ਆਪਣੇ ਧਰਮ ਦੀ ਖਾਤਰ ਆਪਣਾ ਆਪਾ ਵਾਰ ਦਿੱਤਾ। ਅਗਲਾ ਸਵਾਲ ਕਰਦਾ, ਦਾਦੀ ਮਾਂ ਮੈਂ ਵੀ ਸ਼ਹੀਦ ਹੋਣਾ? ਹੁਣ ਖਿਆਲ ਕਰਿਓ, ਇੱਕ 4.5 ਸਾਲ 5 ਦਾ ਬੱਚਾ ਆਪਣੀ ਦਾਦੀ ਮਾਂ ਦੀ ਗੋਦ ਦੇ ਵਿੱਚ ਭਾਵੁਕਤਾ ਦੇ ਨਾਲ ਇਹ ਸਵਾਲ ਕਰੇ ਕਿ ਮੈਂ ਵੀ ਸ਼ਹੀਦ ਹੋਣਾ। ਅੱਜ ਵਰਗੀ ਦਾਦੀ ਹੁੰਦੀ ਕਹਿੰਦੀ ਨਾ ਪੁੱਤ ਇੰਝ ਦੀਆਂ ਗੱਲਾਂ ਨਹੀਂ ਕਰੀਦੀਆਂ, ਤੂੰ ਸ਼ਹੀਦ ਕਿਉਂ ਹੋਣਾ? ਮੈਂ ਤੇ ਤੈਨੂੰ ਹਰੀ ਸਿੰਘ ਬਣਾਉਣਾ, ਤੂੰ ਸ਼ਹੀਦ ਕਿਉਂ ਹੋਣਾ? ਅੱਜ ਦੀ ਦਾਦੀ ਇਹ ਕਹਿੰਦੀ। ਉਸ ਦਾਦੀ ਦੇ ਸ਼ਬਦ ਕੀ ਨੇ? ਕਹਿੰਦੀ ਬੇਟਾ ਮੈਂ ਵੀ ਅਰਦਾਸ ਕਰੂੰਗੀ ਗੁਰੂ ਦੇ ਚਰਨਾਂ ਦੇ ਵਿੱਚ, ਤੇ ਤੂੰ ਵੀ ਜਦੋਂ ਗੁਰਦੁਆਰੇ ਜਾਣਾ ਅਰਦਾਸ ਕਰਿਆ ਕਰ, ਕਿਤੇ ਪ੍ਰਮਾਤਮਾ ਤੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਾ ਦੇਵੇ, ਤੂੰ ਹੀ ਅਰਦਾਸ ਕਰਿਆ ਕਰ। ਇਹ ਸੀ ਦਾਦੀ। ਬੇਟਾ ਮੈਂ ਵੀ ਅਰਦਾਸ ਕਰੂੰਗੀ ਤੇ ਤੂੰ ਵੀ ਜਦੋਂ ਮੇਰੇ ਨਾਲ ਸਵੇਰੇ ਗੁਰਦੁਆਰੇ ਜਾਣਾ ਹੈ ਨਾ, ਅਰਦਾਸ ਕਰਿਆ ਕਰ ਕਿ ਤੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪੈ ਜਾਵੇ। ਬੱਚੇ ਦਾ ਜਨਮ ਕੁਦਰਤਨ ਮਿਲਦਾ ਤਾਂ ਨਹੀਂ ਕਿ ਕਿਹੜੀ ਸੰਨ ਦਾ ਹੋਵੇਗਾ, ਪਰ ਸ਼ਹਾਦਤ ਦੇ ਸਮੇਂ ਉਸ ਦੀ ਉਮਰ ਜਿਹੜੀ ਹੈ ਉਹ 8 ਸਾਲ ਹੈ।
ਤੇ 1921 ਫਰਵਰੀ 'ਚ ਸ਼ਹਾਦਤ ਹੋਈ ਹੈ। ਕੁਦਰਤਨ ਉਸ ਦਾ ਜਨਮ 13 ਜਾਂ 14 ਦੇ ਕਰੀਬ ਦਾ ਬਣਦਾ ਹੈ, 1913-14 ਦਾ। ਇਹ ਜਰਗ ਪਿੰਡ ਦਾ ਰਹਿਣ ਵਾਲਾ ਸੀ। ਕੇਹਰ ਸਿੰਘ ਜਿਹੜਾ ਸੀ, ਪਤਨੀ ਦੀ ਮੌਤ ਤੋਂ ਬਾਅਦ ਫੌਜ ਦੀ ਨੌਕਰੀ ਛੱਡ ਕੇ ਘਰ ਆ ਗਿਆ। ਕੇਹਰ ਸਿੰਘ ਉਸ ਸ਼ਹੀਦੀ ਜਥੇ ਦਾ ਮੁਖੀ ਸੀ ਉਸ ਪਿੰਡ ਦੇ ਵਿੱਚ। ਉਸ ਕੋਲ ਟੈਲੀਗ੍ਰਾਮ ਪਹੁੰਚ ਗਈ, ਕਹਿੰਦਾ ਕਿ ਕੰਬਲ ਮਿਲ ਗਏ ਨੇ। ਕੇਹਰ ਸਿੰਘ ਨੇ ਗੁਰਦੁਆਰੇ ਦੇ ਵਿੱਚ ਇਕੱਠ ਕੀਤਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਮਾਇਆ ਵਾਸਤੇ ਨਾ ਉੱਠਿਓ। ਉਸ ਨੇ ਗੁਰਦੁਆਰੇ ਦੇ ਵਿੱਚ ਇਕੱਠ ਕੀਤਾ। ਉਸ ਇਕੱਠ ਦੇ ਵਿੱਚ ਉਸਨੇ ਇੱਕ ਤਕਰੀਰ ਕੀਤੀ ਹੈ। ਕਹਿੰਦਾ ਕਿ ਮਹੰਤ ਨਾਰਾਇਣ ਦਾਸ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਨਮ ਸਥਾਨ ਨੂੰ ਆਪਣੇ ਕਲੰਕਾਂ ਦੇ ਨਾਲ ਕਲੰਕਿਤ ਕਰ ਦਿੱਤਾ ਹੈ। ਖਾਲਸਾ ਜੀ, ਅਸੀਂ ਮਹੰਤ ਨਾਰਾਇਣ ਦਾਸ ਦੇ ਉਹਨਾਂ ਕਲੰਕਾਂ ਨੂੰ ਆਪਣੇ ਖੂਨ ਦੇ ਨਾਲ ਧੋਣਾ ਹੈ, ਤੇ ਜਿਸ ਨੇ ਵੀ ਮੇਰੇ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਜਾਣਾ ਆਪਣਾ ਹੱਥ ਖੜਾ ਕਰੇ। ਹੈਰਾਨ ਹੋਵੋਗੇ, ਪਿੰਡ ਦੇ ਵਿੱਚੋਂ ਹਰ ਮਰਦ ਨੇ ਹੱਥ ਖੜਾ ਕੀਤਾ। ਮਰਦਾਂ ਨੇ ਤੇ ਹੱਥ ਖੜਾ ਕਰਨਾ ਸੀ। ਹੱਥ ਖੜਾ ਕਰਨ ਵਾਲਿਆਂ 'ਚ ਉਸ ਦਾ 7.5 ਪੌਣੇ 8 ਸਾਲ ਦਾ ਬੇਟਾ ਦਰਬਾਰਾ ਸਿੰਘ ਵੀ ਸੀ। ਉਸਨੇ ਵੀ ਹੱਥ ਖੜਾ ਕੀਤਾ। ਜਥਾ ਚੱਲਣ ਲੱਗਾ ਤੇ ਦਾਦੀ ਮਾਂ ਪੁੱਤਰੇ ਨੂੰ ਕਹਿੰਦੀ ਹੈ, ਬੇਟਾ ਤੂੰ ਤੇ ਬਹੁਤ ਛੋਟਾ ਹੈ, ਤੂੰ ਵੀ ਹੱਥ ਖੜਾ ਕਰ ਦਿੱਤਾ। ਕਹਿੰਦਾ, ਹਾਂ ਦਾਦੀ ਮਾਂ, ਤੂੰ ਹੀ ਤਾਂ ਕਹਿੰਦੀ ਸੀ ਨਾ ਕਿ ਗੁਰੂ ਕਿਰਪਾ ਕਰੇ, ਤੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਵੇ। ਅੱਜ ਮੈਂ ਵੀ ਦਾਦੀ ਮਾਂ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣ ਵਾਸਤੇ ਜਾ ਰਿਹਾ। ਉਸਦੇ ਪਿਤਾ ਨੇ, ਕੁਦਰਤਨ ਪਿਆਰ ਹੁੰਦਾ ਹੈ, ਥੋੜੀ ਰੋਕਣ ਦੀ ਕੋਸ਼ਿਸ਼ ਕੀਤੀ ਆਪਣੇ ਭਾਵਕ ਸ਼ਬਦਾਂ ਵਿੱਚ। ਕਹਿੰਦਾ, ਬੇਟਾ ਤੇਰੀ ਉਮਰ ਬੜੀ ਛੋਟੀ ਹੈ, ਅਸੀਂ 24 ਕੋਹ ਦਾ ਜਿਹੜਾ ਰਸਤਾ ਹੈ ਉਹ ਸਫ਼ਰ ਤੈਅ ਕਰਨਾ ਹੈ, ਰਾਤ ਰਾਤ ਤੁਰ ਕੇ, ਤੇ ਤੇਰੇ ਕੋਲ ਤੁਰਿਆ ਨਹੀਂ ਜਾਣਾ। ਕਹਿੰਦਾ, ਬਾਪੂ ਜੀ ਮੈਨੂੰ ਸ਼ਹਾਦਤ ਦੇਣ ਤੋਂ ਨਾ ਰੋਕੋ, ਮੈਂ ਤੁਹਾਡੇ ਨਾਲ ਪ੍ਰਣ ਕਰਦਾ, ਮੈਂ ਸਾਰੀ ਰਾਤ ਤੁਹਾਡੇ ਨਾਲ ਤੁਰ ਕੇ ਜਾਊਂਗਾ। ਮੈਂ ਕਦੀ ਵੀ ਨਹੀਂ ਕਹੂੰਗਾ ਕਿ ਮੈਨੂੰ ਮੋਢੇ ਤੇ ਚੁੱਕ ਲਓ, ਜਾਂ ਮੈਂ ਥੱਕ ਗਿਆ, ਜਾਂ ਮੇਰੀਆਂ ਲੱਤਾਂ ਨੂੰ ਪੀੜ ਹੁੰਦੀ ਹੈ। ਜਿੰਨਾ ਤੁਸੀਂ ਤੁਰੋਗੇ ਮੈਂ ਓਨਾ ਹੀ ਤੁਰੂੰਗਾ, ਪਰ ਮੈਨੂੰ ਸ਼ਹੀਦੀ ਦੇਣ ਤੋਂ ਨਾ ਰੋਕੋ। ਇਹ ਸ਼ਬਦ ਨੇ ਸਿੱਖ ਕੌਮ ਦੇ ਨਨਕਾਣਾ ਸਾਹਿਬ ਦੇ ਸਭ ਤੋਂ ਛੋਟੇ ਸ਼ਹੀਦ 8 ਸਾਲ ਦੇ ਬੇਟੇ ਦਰਬਾਰਾ ਸਿੰਘ ਦੇ। ਮੈਨੂੰ ਸ਼ਹੀਦੀ ਦੇਣ ਤੋਂ ਨਾ ਰੋਕੋ। ਜਥਾ ਚਲਾ ਗਿਆ, ਸਾਰੇ ਪਾਸਿਆਂ ਤੋਂ ਜਥੇ ਆ ਗਏ। ਇੱਧਰ ਮਾਸਟਰ ਤਾਰਾ ਸਿੰਘ ਨੂੰ ਪਤਾ ਲੱਗ ਗਿਆ ਕਿ ਸਰਦਾਰ ਲਛਮਣ ਸਿੰਘ ਧਾਰੋਵਾਲੀ ਤੇ ਕਰਤਾਰ ਸਿੰਘ ਝੱਬਰ ਨੇ ਫੈਸਲਾ ਲੈ ਲਿਆ। ਉਦੋਂ ਲੀਡਰ ਕਿਵੇਂ ਦੇ ਸੀ? ਉਸਨੇ ਸਰਦਾਰ ਟਹਿਲ ਸਿੰਘ ਹੁਣਾਂ ਨੂੰ ਤੇ ਕੁਝ ਹੋਰ ਸਿੱਖਾਂ ਨੂੰ ਭੇਜਿਆ ਕਿ ਕਿਸੇ ਤਰ੍ਹਾਂ ਜਥਿਆਂ ਨੂੰ ਰੋਕੋ, ਕਤਲੇਆਮ ਹੋ ਸਕਦਾ। ਹੁਣ ਖਿਆਲ ਕਰਿਓ, ਮੈਂ ਸੋਚਦਾ ਕਿੰਨੇ ਸਿਆਣੇ ਸੀ ਸਾਡੇ ਲੀਡਰਸ਼ਿਪ, ਕਿੰਨੀ ਸਿਆਣੀ ਲੀਡਰਸ਼ਿਪ। ਉਸ ਵੇਲੇ ਮਾਸਟਰ ਤਾਰਾ ਸਿੰਘ ਦਾ ਸੁਨੇਹਾ ਕਰਤਾਰ ਸਿੰਘ ਝੱਬਰ ਨੂੰ ਮਿਲਦਾ ਹੈ ਕਿ ਸਵਰਾਜ ਹੋ ਜਾਣਾ, ਹੁਣ ਦੇਸ਼ ਆਜ਼ਾਦ ਹੋ ਜਾਣਾ ਹੈ। ਜਦੋਂ ਦੇਸ਼ ਆਜ਼ਾਦ ਹੋ ਜਾਵੇਗਾ ਨਾ, ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪੇ ਲੈ ਲਵਾਂਗੇ। ਇਸ ਕਰਕੇ ਤੁਸੀਂ ਹੁਣ ਆਪਣੀਆਂ ਜਾਨਾਂ ਨਾ ਗਵਾਓ, ਸ਼ਹੀਦੀ ਜਥੇ ਨਾ ਤੋਰੋ, ਤੁਸੀਂ ਇਸ ਜਥੇ ਨੂੰ ਰੋਕ ਲਓ। ਕਰਤਾਰ ਸਿੰਘ ਝੱਬਰ ਦਾ ਜਵਾਬ ਸੀ, ਕਹਿੰਦਾ ਸੀ ਤੁਹਾਨੂੰ ਭੁਲੇਖਾ ਹੈ। ਕਹਿੰਦਾ ਅੰਗਰੇਜ਼ਾਂ ਦੀ ਸਾਡੇ ਨਾਲ ਮਜ਼ਹਬੀ ਮੁਖਾਲਫਤ ਨਹੀਂ ਹੈ, ਇਹਨਾਂ ਦੇ ਸਮੇਂ ਤੇ ਸਾਨੂੰ ਗੁਰਦੁਆਰਿਆਂ ਦੇ ਕਬਜ਼ੇ ਲੈਣੇ ਔਖੇ ਨੇ। ਜਿਸ ਦਿਨ ਤੁਸੀਂ ਗਾਂਧੀ ਨੂੰ ਇਸ ਦੇਸ਼ ਤੇ ਕਾਬਜ ਵੇਖੋਗੇ, ਗੁਰਦੁਆਰਿਆਂ ਦੇ ਕਬਜ਼ੇ ਲੈਣੇ ਔਖੇ ਹੋ ਜਾਣਗੇ। ਇਹ ਸਾਡੀ ਲੀਡਰਸ਼ਿਪ ਸੀ ਇੰਨੀ ਸਿਆਣੀ। ਪਰ ਅੱਜ ਸੱਚਮੁੱਚ ਕੀ ਹੋ ਰਿਹਾ? RSS ਵਰਗੀਆਂ ਸੰਸਥਾਵਾਂ ਜਦੋਂ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਦੀਆਂ ਨੇ ਤੇ ਕੀ ਹੋ ਰਿਹਾ? ਇਹੀ ਕੁਝ ਹੋ ਰਿਹਾ। ਸਾਡੇ ਧਾਰਮਿਕ ਵਿਚਾਰਧਾਰਾ ਨੂੰ, ਪਰੰਪਰਾਵਾਂ ਨੂੰ, ਸਿਧਾਂਤਾਂ ਨੂੰ ਖਤਮ ਕਰਕੇ ਰੱਖ ਦਿੱਤਾ। ਅੱਜ ਬੇਸ਼ੱਕ ਅਸੀਂ ਕਹਿੰਦੇ ਕਿ ਗੁਰਦੁਆਰੇ ਸਾਡੇ ਪ੍ਰਬੰਧ ਦੇ ਵਿੱਚ ਨੇ, ਪਰ ਵਿਚਾਰਧਾਰਾ, ਸ਼ਬਦ ਤੇ ਹਲੇਮੀ ਰਾਜ ਦਾ ਸੰਕਲਪ ਜਿਹੜਾ ਕੌਮ ਦੀ ਮਾਨਸਿਕਤਾ 'ਚੋਂ ਮਨਫੀ ਕੀਤਾ ਜਾ ਰਿਹਾ। ਉਸ ਵੇਲੇ ਸਰਦਾਰ ਕਰਤਾਰ ਸਿੰਘ ਝੱਬਰ ਕਹਿੰਦੇ ਨੇ, ਠੀਕ ਹੈ ਮੈਂ ਤੁਹਾਡੇ ਕਹਿਣ ਤੇ ਰੁਕ ਜਾਣਾ, ਪਰ ਲਛਮਣ ਸਿੰਘ ਨੂੰ ਨਹੀਂ ਰੋਕਿਆ ਜਾ ਸਕਦਾ। ਕਿਉਂ? ਕਿਉਂਕਿ ਜਦੋਂ ਉਹ ਤੁਰਿਆ ਸੀ ਤੇ ਹੁਕਮਨਾਮਾ ਲਿਆ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਚਲਾਈ। ਉਹ ਪ੍ਰਣ ਕਰ ਚੁੱਕਾ ਹੈ ਔਰ ਉਹ ਨੇੜੇ ਪਹੁੰਚ ਚੁੱਕਾ ਹੋਵੇਗਾ। ਉਸ ਨੂੰ ਰੋਕਣ ਦੇ ਵਾਸਤੇ ਸਿੱਖ ਘੋੜੇ ਤੇ ਸਵਾਰ ਹੋ ਕੇ ਗਏ, ਪਰ ਸਰਦਾਰ ਲਛਮਣ ਸਿੰਘ ਉਦੋਂ ਪੰਚਕੂਲੇ ਤੇ ਪਹੁੰਚ ਚੁੱਕੇ ਸੀ। ਅਰਦਾਸਾ ਸੋਧਿਆ ਜਾ ਚੁੱਕਾ ਸੀ। ਰਾਤ ਲੰਘੀ, ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਜਾਣ ਦੇ ਵਾਸਤੇ ਅਰਦਾਸ ਕੀਤੀ ਗਈ। ਬੀਬੀ ਇੰਦਰ ਕੌਰ ਤੇ ਚੰਨਣ ਕੌਰ, 2 ਬੀਬੀਆਂ ਸੀ ਉਸ ਜਥੇ ਦੇ ਵਿੱਚ। ਉਹਨਾਂ ਬੀਬੀਆਂ ਨੂੰ ਵਾਪਸ ਭੇਜਿਆ ਜਾਣ ਲੱਗਾ, ਤੁਸੀਂ ਸ਼ਹਾਦਤਾਂ ਨਾ ਦੇਵੋ। ਤੇ ਸ਼ਹਾਦਤ ਦੇ ਵਾਸਤੇ ਸਿੱਖ ਦਾ ਜਿਹੜਾ ਸੰਕਲਪ ਹੈ ਉਹ ਕਿੰਨਾ ਦ੍ਰਿੜ ਹੈ। ਉਸ ਵੇਲੇ ਜਿੰਨੇ ਕੁ ਸਿੱਖ ਜਾਣ ਦੇ ਵਾਸਤੇ ਤਿਆਰ ਨੇ, ਉਹਨਾਂ ਬੀਬੀਆਂ ਨੂੰ ਕੋਈ ਆਪਣੀ ਨਿਸ਼ਾਨੀ ਦੇ ਰਿਹਾ, ਮਾਲਾ, ਕੋਈ ਗੜਵਾ, ਕੋਈ ਆਪਣੀ ਜੇਬ ਚੋਂ ਪੈਸੇ ਦੇ ਰਿਹਾ ਕਿ ਸਾਡੀ ਸ਼ਹਾਦਤ ਤੋਂ ਬਾਅਦ ਸਾਡੀ ਨਿਸ਼ਾਨੀ ਘਰ ਦੇ ਦਿਓ। ਪਤਾ ਸੀ ਸਿੱਖਾਂ ਨੂੰ ਸ਼ਹਾਦਤਾਂ ਹੋਣਗੀਆਂ, ਸਾਡੀ ਸ਼ਹਾਦਤ ਤੋਂ ਬਾਅਦ ਸਾਡੀ ਨਿਸ਼ਾਨੀ ਘਰ ਦੇ ਦਿਓ। ਇੱਥੋਂ ਤੱਕ ਕਿ ਇੱਕ ਨਿਹੰਗ ਸਿੰਘ ਨੇ ਆਪਣੀ ਜੇਬ ਚੋਂ 4 ਰੁਪਏ ਕੱਢ ਕੇ ਬੀਬੀ ਇੰਦਰ ਕੌਰ ਨੂੰ ਦਿੱਤੇ ਕਿ ਮੇਰਾ ਬਾਲ ਬੱਚਾ, ਘਰ ਪਰਿਵਾਰ ਕੋਈ ਨਹੀਂ ਹੈਗਾ, ਮੇਰੀ ਮੌਤ ਤੋਂ ਬਾਅਦ ਇਹਨਾਂ ਪੈਸਿਆਂ ਦੇ ਨਾਲ ਮੇਰੀ ਅੰਤਮ ਅਰਦਾਸ ਕਰਵਾ ਦਿਓ। ਇੰਨੇ ਦ੍ਰਿੜ ਸੰਕਲਪ ਸੀ ਸਿੱਖ ਸ਼ਹਾਦਤ ਦੇ ਬਾਰੇ। ਸਵੇਰੇ ਦਿਨ ਚੜ੍ਹਿਆ, ਮਹੰਤ ਨਾਰਾਇਣ ਦਾਸ ਨੇ ਸਨਾਤਨ ਸਿੱਖ ਕਾਨਫਰੰਸ ਦੇ ਵਾਸਤੇ ਜਾਣਾ ਸੀ। ਲਾਹੌਰ ਗੱਡੀ ਚੜ੍ਹਨ ਲੱਗਾ ਤੇ ਉਸੇ ਵੇਲੇ ਇੱਕ ਸੁਨਿਆਰੀ ਨੇ ਉਸ ਨੂੰ ਜਾ ਕੇ ਦੱਸਿਆ, ਕਹਿੰਦੀ ਕਿ ਮਹੰਤ ਤੂੰ ਤਾਂ ਸਨਾਤਨ ਧਰਮ
ਕਾਨਫਰੰਸ ਦੇ ਵਾਸਤੇ ਜਾ ਰਹੇ ਹਾਂ, ਉਧਰ ਸਿੱਖਾਂ ਦਾ ਜੱਥਾ ਜਿਹੜਾ ਬਾਹਰ ਪਹੁੰਚ ਗਿਆ। ਮਹੰਤ ਰਾਤ ਆਇਆ, ਇਸ ਨੇ ਉਹੀ ਜਿਹੜੇ ਬਦਮਾਸ਼ ਸੀ ਰਾਂਝਾ, ਰਿਹਾਣਾ, ਅਸਲਮ, ਹਰੀਆ ਤੇ ਬਾਕੀ ਆਪਣੇ ਬੰਦਿਆਂ ਨੂੰ ਸੱਦਿਆ। ਉਸੇ ਰਾਤ ਇੱਕ ਲਾਹੌਰ ਦੇ ਰਹਿਣ ਵਾਲੇ ਤਰਖਾਣ ਆਤਮਾ ਸਿੰਘ ਨੂੰ ਬੁਲਾ ਕੇ ਜਿਹੜਾ ਗੁਰਦੁਆਰੇ ਦਾ ਮੁੱਖ ਜਿਹੜਾ ਕਮਰਾ ਸੀ ਉਹਦੇ ਦਰਵਾਜ਼ਿਆਂ ਦੇ ਵਿੱਚੋਂ ਛੇਕ ਕਢਾਏ ਗਏ ਕਿ ਬੰਦੂਕ ਦੀਆਂ ਜਿਹੜੀਆਂ ਨਾਲੀਆਂ ਅੰਦਰ ਜਾ ਸਕਣ। ਹਥਿਆਰ ਇਕੱਠੇ ਕੀਤੇ ਗਏ, ਤੇਲ ਇਕੱਠਾ ਕੀਤਾ ਗਿਆ ਔਰ ਉਧਰੋਂ ਸਿੱਖਾਂ ਦਾ ਜਥਾ ਅਰਦਾਸ ਕਰਕੇ ਤੁਰ ਪਿਆ ਹੈ। ਇੱਧਰੋਂ ਮਹੰਤ ਨਰੈਣ ਦਾਸ ਤੇ ਜਿਹੜੇ ਗੁੰਡੇ ਨੇ ਉਹ ਹਥਿਆਰ ਲੈ ਕੇ ਬਰਸ਼ੀਆਂ, ਕਟਾਰਾਂ, ਸ਼ਮਸ਼ੀਰਾਂ, ਤੇਗੇ, ਕੁਹਾੜੀਆਂ, ਬੰਦੂਕਾਂ, ਪਿਸਤੌਲ, ਰੈਕਲੇ ਇਹ ਸਭ ਕੁਝ ਲੈ ਕੇ ਬੈਠੇ ਨੇ। ਜਥਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਜਦੋਂ ਤੁਰਨ ਲੱਗਾ, ਇੱਕ ਸਿੱਖ ਨੇ ਕਿਹਾ, ਸਰਦਾਰ ਦੇਵਾ ਸਿੰਘ ਨੇ, ਕਹਿੰਦਾ ਬਾਕੀ ਤਾਂ ਸਭ ਠੀਕ ਹੈ ਪਰ ਇਸ ਬੱਚੇ ਨੂੰ ਨਾ ਲੈ ਕੇ ਜਾਓ, ਇਸ ਦੀ ਉਮਰ ਬੜੀ ਛੋਟੀ ਹੈ। ਜਦੋਂ ਬੱਚੇ ਦੀ ਬਾਹ ਫੜੀ ਤੇ ਬੱਚਾ ਜਿਹੜਾ ਸੀ ਆਪਣੇ ਪਿਤਾ ਕੇਹਰ ਸਿੰਘ ਦੀਆਂ ਲੱਤਾਂ ਨੂੰ ਚੰਬੜ ਗਿਆ। ਕਹਿੰਦਾ ਬਾਪੂ ਤੂੰ ਕਹਿੰਦਾ ਸੀ ਨਾ ਸ਼ਹੀਦੀ ਬੜਾ ਉੱਚਮ ਦਰਜਾ, ਤੇ ਹੁਣ ਜੇ ਮੈਂ ਸ਼ਹੀਦ ਹੋਣ ਵਾਸਤੇ ਤਿਆਰ ਆ ਤੇ ਮੈਨੂੰ ਰੋਕਿਆ ਕਿਉਂ ਜਾ ਰਿਹਾ। ਸਰਦਾਰ ਲਛਮਣ ਸਿੰਘ ਕੋਲ ਖੜੇ ਸੀ, ਬੜੇ ਪਿਆਰ ਦੇ ਨਾਲ ਕਹਿੰਦੇ, ਕੇਹਰ ਸਿੰਘ ਜੇ ਬੱਚਾ ਜਿੱਦ ਕਰਦਾ ਹੈ ਤੇ ਲੈ ਜਾਈਏ, ਹੋ ਸਕਦਾ ਸ਼ਹਾਦਤਾਂ ਨਾ ਹੋਣ, ਅਸੀਂ ਗੁਰਦੁਆਰੇ ਦਾ ਪ੍ਰਬੰਧ ਲੈ ਲਈਏ, ਜ਼ਰੂਰੀ ਤੇ ਨਹੀਂ ਹੈ ਸਾਡੇ ਨਾਲ ਇਹ ਹਾਲਾਤ ਵਾਪਰਨਗੇ, ਬੱਚਾ ਜਿੱਦ ਕਰਦਾ ਅਸੀਂ ਲੈ ਜਾਂਦੇ ਹਾਂ। ਬੱਚਾ ਵੀ ਨਾਲ ਚਲਾ ਗਿਆ। ਵਾਹਿਗੁਰੂ ਦਾ ਜਾਪ ਕਰਦਾ ਜਦੋਂ ਇਹ ਜਥਾ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਦੇ ਵਿੱਚ ਇੱਕ ਉਦਾਸੀ ਬੈਠਾ ਹੋਇਆ ਸੀ। ਜਥਾ ਅੰਦਰ ਗਿਆ, ਅੰਦਰ ਬਹਿ ਕੇ ਸਰਦਾਰ ਲਛਮਣ ਸਿੰਘ ਜਿਹੜੇ ਸੀ ਉਹਨਾਂ ਨੇ ਉਸ ਉਦਾਸੀ ਸਾਧ ਨੂੰ ਉਠਾਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਪਿਆ ਦੇ ਵਿੱਚ ਆਪ ਬੈਠ ਗਏ। ਜਥੇ ਨੇ ਉੱਥੇ ਬਹਿ ਕੇ ਉਹਨਾਂ ਨੇ ਗੁਰੂ ਪਾਤਸ਼ਾਹ ਦਾ ਹੁਕਮਨਾਮਾ ਲਿਆ, ਨਿਤਨੇਮ ਸ਼ੁਰੂ ਕਰ ਦਿੱਤਾ। ਇੱਧਰ ਨਿਤਨੇਮ ਸ਼ੁਰੂ ਕੀਤਾ, ਉੱਧਰੋਂ ਮਹੰਤ ਦੇ ਗੁੰਡਿਆਂ ਨੇ ਦਰਵਾਜ਼ੇ ਬੰਦ ਕਰਕੇ ਚਾਰੇ ਪਾਸੇ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੀ ਬਾਹਰ ਚਖੰਡੀ ਤੇ ਸੰਗਤ ਬੈਠੀ ਸੀ ਉਹਦੇ ਉੱਪਰ ਵੀ ਗੋਲੀਆਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ। ਉੱਪਰੋਂ ਇੱਟਾਂ, ਪੱਥਰ, ਰੋੜੇ, ਗੰਡਾਸੀਆਂ, ਬਰਸ਼ੀਆਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਣਾ ਸ਼ੁਰੂ ਹੋ ਗਿਆ। ਅੰਦਰ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਰਦਾਰ ਲਛਮਣ ਸਿੰਘ ਦੇ ਗੋਲੀ ਵੱਜੀ, ਜ਼ਖਮੀ ਹੋ ਗਏ। ਜਿਹੜੇ ਸਰੂਪ ਦੇ ਉੱਪਰ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਪਿਆ, ਉਹਨਾਂ ਦੇ ਖੂਨ ਵਾਲਾ ਹੱਥ ਜਿਹੜਾ ਸੀ, ਜਿਸ ਤਰ੍ਹਾਂ ਉਹ ਡਿੱਗੇ ਉਸੇ ਤਰ੍ਹਾਂ ਹੀ ਉਸ ਸਰੂਪ ਦੇ ਉੱਪਰ ਲੱਗਾ ਹੋਇਆ ਸੀ। ਹੁਣ ਸ਼ਾਇਦ ਵਿਦੇਸ਼ੀ ਤਕਨੀਕ ਦੇ ਸਦਕਾ ਉਸ ਦੀ ਮੁਰੰਮਤ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਖੈਰ, ਸਰਦਾਰ ਲਛਮਣ ਸਿੰਘ ਜ਼ਖਮੀ ਹੋਏ ਤੇ ਜਦੋਂ ਮਹੰਤ ਦੇ ਗੁੰਡਿਆਂ ਨੇ ਇਹ ਵੇਖ ਲਿਆ ਕਿ ਕਮਰੇ ਦੇ ਵਿੱਚ ਜਿੰਨੇ ਵੀ ਸਿੱਖ ਨੇ ਤਕਰੀਬਨ ਸਾਰੇ ਜ਼ਖਮੀ ਹੋ ਗਏ ਨੇ ਤੇ ਦਰਵਾਜ਼ਾ ਖੋਲ੍ਹਿਆ ਗਿਆ। ਦਰਵਾਜ਼ਾ ਖੋਲ੍ਹ ਕੇ ਹੁਣ ਸਿੱਖਾਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੂੰ ਟੁੱਕਿਆ ਜਾ ਰਿਹਾ, ਗੰਡਾਸਿਆਂ ਦੇ ਨਾਲ, ਸ਼ਮੀਆਂ ਦੇ ਨਾਲ, ਕੁਹਾੜੀਆਂ ਦੇ ਨਾਲ ਸਿੱਖਾਂ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਨੇ। ਸਰਦਾਰ ਕੇਹਰ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਬੈਠਾ ਸੀ, ਗੋਲੀ ਛਾਤੀ 'ਚ ਵੱਜੀ ਸੀ, ਜ਼ਖਮੀ ਪਏ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਉਸ ਨੂੰ ਵੀ ਟੁੱਕਿਆ, ਜਿਹੜੇ ਬਾਕੀ ਸਿੱਖ ਸੀ ਉਹਨਾਂ ਨੂੰ ਵੀ ਟੁੱਕਿਆ। ਸਰਦਾਰ ਲਛਮਣ ਸਿੰਘ ਹੁਣਾਂ ਨੂੰ, ਇਹਨਾਂ ਨੂੰ ਵੀ ਟੁੱਕ ਕੇ ਇਹਨਾਂ ਦੀ ਲਾਸ਼ ਨੂੰ ਬਾਹਰ ਲਿਆਂਦਾ ਗਿਆ। ਪਰ ਉਸ ਵੇਲੇ ਮਹੰਤ ਦੇ ਗੁੰਡੇ ਇੱਕ ਗੱਲ ਵੇਖਦੇ ਨੇ ਕਿ ਜਿਹੜਾ ਵੀ ਸਿੱਖ ਟੁੱਕਿਆ ਜਾ ਰਿਹਾ ਉਹਦੀ ਕੋਸ਼ਿਸ਼ ਹੈ ਕਿ ਮੈਂ ਇੱਕ ਚਖਿੰਡੀ ਦੀ ਜਿਹੜੀ ਬਾਰੀ ਸੀ ਉਸ ਦੇ ਅੱਗੇ ਖੜਾ ਹੋ ਜਾਵਾਂ। ਅੱਜ ਤੇ ਹੁਣ ਸਾਡੇ ਸੁੱਖ ਆਸਣ ਵਾਸਤੇ ਗੁਰਦੁਆਰੇ 'ਚ ਬਹੁਤ ਵੱਡੇ ਕਮਰੇ ਨੇ, ਉਹਨਾਂ ਸਮਿਆਂ 'ਚ ਅਲਮਾਰੀਆਂ ਹੁੰਦੀਆਂ ਸੀ। ਅਲਮਾਰੀ ਬੜੀ ਵੱਡੀ ਸੀ। ਦਰਅਸਲ ਗੱਲ ਇਹ ਸੀ ਕਿ ਜਿਸ ਵੇਲੇ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ, ਸਰਦਾਰ ਲਛਮਣ ਸਿੰਘ ਦੇ ਇਸ਼ਾਰੇ ਦੇ ਉੱਪਰ ਸਰਦਾਰ ਦੇਵਾ ਸਿੰਘ ਨੇ ਉਸ 8 ਸਾਲ ਦੇ ਬੱਚੇ ਦਰਬਾਰਾ ਸਿੰਘ ਨੂੰ ਬਾਰੀ ਦੇ ਅੰਦਰ ਬੰਦ ਕਰ ਦਿੱਤਾ ਕਿ ਕਮ ਸੇ ਕਮ ਇਹ ਤੇ ਬਚ ਜਾਵੇ। ਜਿਹੜੇ ਵੀ ਸਿੱਖ ਉਸ ਵੇਲੇ ਕੱਟੀ ਵੱਡੀ ਜਾ ਰਹੇ ਸੀ ਕਿ ਜਿਹੜੇ ਜ਼ਖਮੀ ਸੀ ਉਹਨਾਂ ਦੀ ਕੋਸ਼ਿਸ਼ ਸੀ ਕਿ ਅਸੀਂ ਬਾਰੀ ਦੇ ਅੱਗੇ ਖੜੇ ਹੋ ਜਾਈਏ, ਅਸੀਂ ਮਰ ਜਾਈਏ, ਪਰ ਸਾਡੇ ਜਿਉਂਦੇ ਜੀ ਇਹ ਛੋਟਾ ਬੱਚਾ ਸ਼ਹੀਦ ਨਾ ਹੋਵੇ। ਬੜੇ ਹੈਰਾਨ ਨੇ ਮਹੰਤ ਦੇ ਗੁੰਡੇ, ਕਿਵੇਂ ਦੀ ਘਟਨਾ ਵਾਪਰ ਰਹੀ ਹੈ। ਅਸੀਂ ਸਿੱਖਾਂ ਨੂੰ ਕੱਟ ਰਹੇ ਹਾਂ, ਵੱਢ ਰਹੇ ਹਾਂ, ਤੇ ਹਰ ਸਿੱਖ ਜਿਹੜਾ ਉਹ ਖਿੜਕੀ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ। ਜਦੋਂ ਖਿੜਕੀ ਦੇ ਲਾਗੇ ਮਹੰਤ ਦੇ ਗੁੰਡੇ ਗਏ, ਇੱਕ ਆਵਾਜ਼ ਆ ਰਹੀ ਸੀ, ਬੱਚਾ ਰੋ ਰੋ ਕੇ ਕਹਿ ਰਿਹਾ ਸੀ, ਬਾਪੂ ਮੈਂ ਵੀ ਸ਼ਹੀਦ ਹੋਣਾ, ਬਾਪੂ ਮੇਰੀਆਂ ਅੱਖਾਂ ਦੇ ਸਾਹਮਣੇ ਤੈਨੂੰ ਵੱਢ ਦਿੱਤਾ, ਮੈਂ ਵੀ ਸ਼ਹੀਦ ਹੋਣਾ, ਬਾਪੂ ਤੂੰ ਮੈਨੂੰ ਕਹਿ ਕੇ ਤੁਰਿਆ ਸੀ ਕਿ ਮੈਂ ਤੇਰੇ ਨਾਲ ਮਰਨਾ ਹੈ, ਬਾਪੂ ਤੈਨੂੰ ਟੁੱਕ ਦਿੱਤਾ ਗਿਆ, ਬਾਪੂ ਮੈਨੂੰ ਸ਼ਹੀਦ ਕਿਉਂ ਨਹੀਂ ਕਰ ਰਹੇ। ਉਸ ਦਰਵਾਜ਼ੇ ਦੀ ਖਿੜਕੀ ਨੂੰ ਤੋੜਿਆ ਗਿਆ, ਉਸ ਬੱਚੇ 8 ਸਾਲ ਦੇ ਨੂੰ ਕੱਢਿਆ ਗਿਆ, ਉਹਦੇ ਪਿਤਾ ਦੇ ਉੱਪਰ ਲਟਾ ਕੇ ਮਹੰਤ ਦੇ ਗੁੰਡਿਆਂ ਦੇ ਗੰਡਾਸੀਆਂ ਦੇ ਨਾਲ ਬੱਚੇ ਦੇ ਟੁਕੜੇ ਟੁਕੜੇ ਕਰ ਦਿੱਤੇ। ਇਹ ਸਾਕੇ ਦਾ ਸਭ ਤੋਂ ਛੋਟਾ ਸ਼ਹੀਦ ਸੀ ਸਰਦਾਰ ਦਰਬਾਰਾ ਸਿੰਘ। ਉਸ ਤੋਂ ਬਾਅਦ ਇਹਨਾਂ ਸਬੂਤਾਂ ਨੂੰ ਖਤਮ ਕਰਨ ਦੇ ਵਾਸਤੇ ਜਿੰਨੀਆਂ ਵੀ ਲਾਸ਼ਾਂ ਸੀ ਉਹਨਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਕਰਕੇ, ਮਾਫ ਕਰਨਾ, ਉਹਨਾਂ ਦੇ ਵਿੱਚੋਂ 30-35% ਉਹ ਸੀ ਜਿਹੜੇ ਅਜੇ ਤੜਫ ਰਹੇ ਸੀ, ਸਹਿਕ ਰਹੇ ਸੀ। ਮਹੰਤ ਦਾ ਜਿਹੜਾ ਆਪ ਸੀਗਾ ਉਹ ਹੱਥ ਦੇ ਵਿੱਚ ਪਿਸਤੌਲ ਫੜ ਕੇ ਸਿੱਖਾਂ ਦਾ ਸ਼ਿਕਾਰ ਕਰ ਰਿਹਾ ਸੀ, ਮਹੰਤ ਨਰੈਣ ਦਾਸ।
ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ 'ਚ ਪਹੁੰਚੀ ਤੇ ਸਰਦਾਰ ਟਹਿਲ ਸਿੰਘ ਤੇ ਉਹਨਾਂ ਤੋਂ ਇਲਾਵਾ ਇੱਕ ਹੋਰ ਸਿੱਖ ਉਹਨਾਂ ਦੇ ਨਾਲ ਸੀ, ਚੰਦਾ ਸਿੰਘ, ਉਹ ਕਹਿੰਦੇ ਨੇ ਕਿ ਅਸੀਂ ਵੀ ਸ਼ਹੀਦੀ ਦੇਣ ਵਾਸਤੇ ਜਾ ਰਹੇ ਹਾਂ। ਉੱਤਮ ਸਿੰਘ ਕਹਿੰਦਾ ਗੋਲੀਆਂ ਚੱਲ ਰਹੀਆਂ ਨੇ, ਸਿੱਖਾਂ ਦਾ ਕਤਲੇਆਮ ਹੋ ਰਿਹਾ, ਤੁਸੀਂ ਕਿਉਂ ਚੱਲੇ ਹੋ? ਕਹਿੰਦੇ ਕੱਲ੍ਹ ਨੂੰ ਕਲੰਕ ਲੱਗੇਗਾ ਸਾਡੇ ਮੱਥੇ ਦੇ ਉੱਪਰ। ਗੋਲੀਆਂ ਦੀ ਆਵਾਜ਼ ਸੁਣੀ ਸੀ, ਸਿੱਖ ਮਰ ਰਹੇ ਸੀ, ਅਸੀਂ ਕਿਉਂ ਨਾ ਗਏ? ਸਾਨੂੰ ਮਰਨਾ ਮਨਜ਼ੂਰ ਹੈ, ਪਰ ਅਸੀਂ ਆਪਣੇ ਮੱਥੇ ਦੇ ਉੱਪਰ ਇਹ ਕਲੰਕ ਨਹੀਂ ਲਗਾਵਾਂਗੇ। ਕਿਤੇ 1762 ਦੀ ਫਰਵਰੀ 'ਚ ਇਸ ਘਟਨਾ ਨੂੰ ਲੈ ਕੇ ਜਾਓ, ਫਰਵਰੀ ਦਾ ਮਹੀਨਾ ਹੈ। 1762 ਦੇ ਵੱਡੇ ਘੱਲੂਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਘਿਰ ਗਿਆ ਦੁਸ਼ਮਣ ਦੇ ਘੇਰੇ ਦੇ ਵਿੱਚ, ਤੇ ਉਸ ਦੇ ਅੰਗਪਾਲ ਬਾਡੀਗਾਰਡ ਸਰਦਾਰ ਗੁਰਮੁਖ ਸਿੰਘ ਨੇ ਵੇਖਿਆ ਕਿ ਜੇ ਕਿਤੇ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਹੈ, ਜੇ ਕਿਤੇ ਇਹ ਮਾਰਿਆ ਗਿਆ ਕੌਮ ਦੇ ਪੈਰ ਹਿਲ ਜਾਣਗੇ, ਕਿਉਂਕਿ 50,000 ਕੌਮ ਦੀ ਲਾਸ਼ ਤਾਂ ਅੱਗੇ ਪਈ ਸੀ। ਜੇ ਕਿਤੇ ਤੁਸੀਂ ਪੰਥ ਪ੍ਰਕਾਸ਼ ਨੂੰ ਪੜ੍ਹੋ, ਰਤਨ ਸਿੰਘ ਭੰਗੂ ਲਿਖਦੇ ਨੇ, ਲੋਕ ਕਹੇ ਸਿੰਘ ਸਭ ਗਿਆ ਮਾਰਾ, ਬੱਚਿਓ 50 ਔਰ ਖੱਪ ਗਿਓ ਸਾਰਾ। ਸਾਰੀ ਕੌਮ ਦੇ ਬੱਚੇ, ਬੁੱਢੇ, ਔਰਤਾਂ ਸ਼ਹੀਦ ਹੋਏ ਪਏ ਨੇ। ਗੁਰਮੁਖ ਸਿੰਘ ਨੇ ਸੋਚਿਆ ਜੇ ਕਿਤੇ ਅੱਜ ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ ਵੀ ਇਸ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਿਆ, ਕੌਮ ਦੇ ਪੈਰ ਹਿਲ ਜਾਣਗੇ, ਕਿਉਂਕਿ ਮੁਕਾਬਲਾ ਭੀਖਣ ਖਾਨ, ਜੈਨ ਖਾਨ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਹੈ, ਤਿੰਨਾਂ ਪਾਸਿਆਂ ਤੋਂ ਘਿਰੇ ਹੋਏ। ਉਸਨੇ ਕੋਸ਼ਿਸ਼ ਕੀਤੀ ਕਿ ਉਸ ਦਾ ਜਿਹੜਾ ਘੋੜਾ ਹੈ ਉਹ ਘੇਰੇ ਚੋਂ ਕੱਢਿਆ ਜਾਵੇ। ਜਦੋਂ ਉਹ ਘੋੜੇ ਨੂੰ ਛੇੜਨ ਲੱਗਾ ਤੇ ਸਰਦਾਰ ਜੱਸਾ ਸਿੰਘ ਨੇ ਹੱਥ ਫੜ ਲਿਆ। ਪੰਥ ਪ੍ਰਕਾਸ਼ ਦੇ ਸ਼ਬਦ ਨੇ, ਕਹਿੰਦਾ ਸਿੰਘ ਸੁਨੇ ਹਮਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, क्या मुख लाए बैठे दीवान करे सिख मस्करी आन, पंथ हमको पातशाह बनायो तुम चाहत गीदी खवायो। गुरमुख सिंह वेखी मेरे घोड़े नूं घेरे चों बाहर ना कड्डी, जे मेरे घोड़े नूं इस घेरे चों बाहर ना कड्डी, जे किते मैं अज मौत तो डरदा इस घेरे चों बाहर निकल गया तो मेरी आने वाली कौम कहेगी कि जिसनूं असीं सुल्तानुल कौम बनाया सी, कौम दीआं लाशां विछियां पईयां सी, वो जान बचाउण दे वास्ते घेरे चों भज गया। क्या मुख लाए बैसे दीवान करे सिख मश्करी आन, मैं अपनी कौम दी अखां दा सामना किवें करूँगा कि मैं इन्हां ने मेरे वास्ते इन्ना कुछ कीता और मैं मौके ते धोखा दे के भज गया। वो साडे लीडरशिप सी। अज वर्गी लीडरशिप नहीं कि हरमंदर साहब दीआं परिक्रमा लाशां दे नाल भरीआं होण ते साडी लीडरशिप हत्थ खड़े करके बाहर निकलदी होवे, वो लीडरशिप नहीं सी साडी। साडी ये लीडरशिप सी, ये लीडरशिप जिहड़ी कह रही है कि सिंह सुने हमको करे ठट्ठा, घोड़ा कुदाए जस्सा सिंह नट्ठा, क्या मुख लाए बैठे दीवान करे सिख मश्करी आन, पंथ हमको पातशाह बनायो तुम चाहत गीदी खवायो। उस वेले हुण यही गल सरदार उत्तम सिंह के कारखाने दे विच सरदार टहल सिंह हुणी कह रहे हैं कि कौम के सिख शहीद हो रहे हैं, गोलियां चलन की आवाज़ आ रही है, कल नूं कौम के सामने किहड़ा मूँह लैके जावांगे। अंदर आए, उस वेले महंत नारायण दास घोड़े ते चढ़िया सी, हाथ दे विच रिवाल्वर सी। इन्हां ने रोकण की कोशिश की, उसने गोली मारी, इन्हां दोवां नूं भी जमीन ते सुट दिता। इन्हां सारिआं नूं सहकदिआं नूं बिल्कुल जिहड़ा चखिंदी दा सामने दा मैदान सी, उहदे विच लाशां दे ढेर ला के मिट्टी दा तेल पा के अग ला दित्ती गई। अध सड़ियां लाशां सहक रहीआं ने। ये साका वापर चुका है और तुसीं हैरान होवोगे कि उस समय इन्हां लाशां दे विचों जिहड़ियां खोपरियां मिलियां ने, उन्हां खोपरियां की गिणती जिहड़ी है 260 तो उपर है, बल्कि 283-84 के करीब है। तो जिहड़े साडे कोल शहीदां दे नाम ने वो केवल 160 ने। इहदा मतलब अजे साका ननकाणा साहब दे भी सारे शहीदां दे नामां दा सानूं पता नहीं, किन्ना समा बीत गया अजे तक भी सानूं सारे शहीदां दे नामां दा नहीं पता। जिहड़ियां खोपरियां सिखां ने इकट्ठियां कीतियां सी, जिन्हां दा बाद संस्कार किया गया, उन्हां खोपरियां की गिणती 250 के करीब सी। साडे कोल नां जिहड़े ने केवल 160 ने शहीदां दे। इहदा मतलब अजे बहुत सारे शहीदां दी नामकरण दी किहड़े पिंड दे विचों सी, किहड़े परिवार दे विचों सी, उन्हां दी खोज होनी बाकी है। सिख जिहड़े सी वो शहादतां प्राप्त कर गए। लीडरशिप नूं पता लगा तो सरदार महताब सिंह ते करतार सिंह झब्बर अगला जत्था लैके आ गए। उधरों लाहौर के डिप्टी कमिश्नर मिस्टर किंग ने पुलिस और फौज नूं गुरुद्वारे दे अगे तैनात कर दिता, सिखां नूं अंदर ना जाण दिता जाए। मिस्टर किंग वगार के सरदार महताब सिंह उन्होंने कहता कि अगर कोई आपका एक भी सिख आगे आया तो मैं गोली चला दूंगा। तो सरदार महताब सिंह अगों कहता मिस्टर किंग एक गल मैं तेनों दसा, जिहड़ा साडा पहला जत्था अंदर शहीद होया तो गुरु दे अगे अरदास करके गया सी, शस्त्र चुकने नहीं है, वो साडा वो हीला सी। पर साडे गुरु का फरमान है, चुंकार अजहामा हीलते दरगुजश्त हलाल अस्त बुरदन व शमशीरे दस्त। जो सारे हीले वसीले धिर उपा खत्म होंदे ने, तलवार की वरतों जायज़ होंदी है। किसी हद तक किसी को बर्दाश्त किया जाता, एक बारी दो बारी। जो कोई भी मनुख बर्दाश्त की हद तो बाहर हो जाता तो फिर कहते हर हीला वरत लेना जायज़ है। ये साडे गुरु का हुक्म है। कहता है कि लक्ष्मण सिंह ने प्रण किया कि तन मन काट काट सब अर्पी, उसने अपना आपा कुर्बान कर दिता। उसने अपनी गुरु की शांतमई की अरदास को निभाया, पर असी मैदाने जंग च जूझण की अरदास करके आए हैं। सिखो
जिस वेले मिस्टर किंग की फौज तुहाडे ते गोलियां चलाउणियां शुरू करेगी, तुसीं जाके इन्हां नूं पै जाओ, हत्थों हत्थी इन्हां ਦੀਆਂ बंदूकां खोह लिओ। ਜਦੋਂ ਇਹ ਗੱਲ मिस्टर किंग ने सुनी, पैरों के हेठों जमीन निकल गई। उस वेले कहता महताब सिंह जी, करतार सिंह जी, आप सिखों को रोक लो। सिख रुक गए। उसने ननकाना साहब दी चाबियां दे दित्तियां। गुरुद्वारा साहब खोलिया गया। सारे गुरुद्वारा साहब जिथे गुरु नानक सच्चे पातशाह का प्रकाश होया सी, सारा गुरुद्वारा साहब जिहड़ा वो लाशां दे नाल भरिया पिया सी। अध सड़ियां लाशां विच हरनाम कौर भी है। उही हरनाम कौर जिसका पुत केहर सिंह भी शहीद होया, जिसका पुत्रा सिख धर्म दे साका ननकाना साहब का सब तो छोटा शहीद है, अपने पोतरे नूं पछाणदी फिरदी है। अखीर एक पैर, अध सड़िया पैर ते एक उहदी कमीज़ की कपड़े की एक टाकी लभी ते अपने हत्थां दे विच फड़ फड़ के बाकी गई संगत नूं खुशी दे नाल विखा रही है। कहंदी वेखो मेरा 8 साल का पोतरा भी शहीद होया, वेखो मेरा 8 साल का पोतरा भी शहीद होया। सरदार केहर सिंह का बेटा सरदार दरबारा सिंह। उस वेले गुरुद्वारा साहब दी चाबियां मिलियां, संस्कार किए गए। महंत के उपर कब्जा चल केस का उपर जिहड़ा सीगा वो चलिया। हुण मैं तुहानूं दसदा, मार्च दे विच केस शुरू होया। सिख लीडरशिप की गल जदों करतार सिंह झब्बर हुणां ने जवाब दिता सी तारा सिंह नूं कि अंग्रेज़ां दे समय तां प्रबंध छडाउणा सौखा है, पर जिस दिन टोपड़ियां दा राज आवेगा प्रबंध छडाउणा होर औखा हो जावेगा। हुण मैं तुहानूं दसदा की कुछ वापरिया। नारायण दास के उपर केस चलिया, अदालत ने सज़ा सुना दी। अदालत ने नारायण दास ते उसके 7 साथियों नूं फांसी की सज़ा सुनाई। ਜਿਹੜੇ ਉਸਦੇ ਬਾਕੀ ਸਾਥੀ ਸੀ ਰਾਂਝਾ ਰਿਹਾਣਾ ਦੇ ਬੁਲਾਏ ਹੋਏ, ਉਹਨਾਂ ਦੇ ਵਿੱਚੋਂ 8 ਨੂੰ ਉਮਰ ਕੈਦ ਕਾਲੇ ਪਾਣੀ ਦੀ ਦਿੱਤੀ ਗਈ ਔਰ 15 ਬੰਦਿਆਂ ਨੂੰ 20 ਸਾਲ ਬੰਦ ਦਿੱਤਾ ਗਿਆ। ਔਰ ਜਦੋਂ ਅਪੀਲ ਕੀਤੀ ਗਈ, ਇਹ ਜਿਹੜੀ ਅਪੀਲ ਹੈ ਇਹ ਉਸ ਵੇਲੇ ਦੇ ਜਿਹੜੇ ਬਰਿਸਟਰ ਸੀਗੇ ਇਮਾਮ ਹਸਨ ਦੇ ਵੱਲੋਂ ਲੜੀ ਗਈ। ਔਰ ਤੁਸੀਂ ਹੈਰਾਨ ਹੋਵੋਗੇ ਕਿ 350 ਸਿੱਖਾਂ ਦੇ ਕਾਤਲ ਨਾਰਾਇਣ ਦਾਸ ਨੂੰ उस वेले की अदालत ने यह कह के बा इज्जत बरी कर दिता कि यह तो शांतमई गुरुद्वारे च बैठा सी, हुण 300 बंदा इहदे ते हमलावर होकर आ गया तो इन्हें आत्म रक्षा वाली गोली चलाई। ये गल कह के नारायण दास नूं बरी कर दिता। जिन्हां दीयां मौत दीयां सजावां सी वो सजावां उम्र कैद च तब्दील कीतियां गईयां। और गल इत्थों तक सीमित नहीं, ਜਿਹੜੇ सिख सोचते सी ना कि गांधी का राज आ जाना तो गुरुद्वारे आज़ाद हो जाएंगे, उन्होंने बाद दे विच पता लगा देश की आज़ादी तो बाद इस नारायण दास नूं भारती हुकूमत के वल्लों सिक्योरिटी दी गई। दिल्ली तो दूर जाके यूपी वाले इलाके च एक फार्म दिता गया और 1973 दे विच अपनी मौत ते मरिया। इस करके सिखां तो बचिया रहा। क्यों? क्योंकि भारती सरकार ने भी इस नूं हिफाजत दी, सिक्योरिटी दी और खुफिया तौर पर रहण के सारे प्रबंध इस नूं करके दिते गए। सो ये साका ननकाना साहब सी जिस दे विच ये महान शहादतां होईयां ने। तुसीं गुरु की गोद दे विच बैठदे हो तो मैं एक बेनती करा, तुसीं उस खानदान दे उस परिवार के वारिस हो जिस कौम के वडेरियां ने, जिस परिवार के वडेरियां ने इन्नियां वड्डियां शहादतां दित्तियां ने। साका ननकाना साहब साडी इस सदी की वो घटना है जिसने दोबारा साका शब्द के जिहड़े शब्द ने उन्होंने दोबारा इतिहास के विच उजागर किया, जिसने दस्सिया है कि जे असीं मैदाने जंग च जूझण वाले सूरमे हाँ तो अपने गुरु की बेअदबी के वास्ते असीं शांतमई रह के भी किस तरह जाना कुर्बान कर दिंदे हां। शहादत का एक हुनर दस्सिया सानूं इस साके ने, तो साडा सारिਆਂ ਦਾ फर्ज बनता है जिथे असीं इस साके के महान शहीदों नूं नतमस्तक हुंदे हैं उत्थे कोशिश करिए कि असीं अपने पंजाब के भविख नूं साਂਭਣ ਦੇ वास्ते भी तत्पर होइए। क्यों? इस करके कि इस गुरु पातशाह का फरमान है कि जदों सारे पासे पाप, हंकार, विकार और अनैतिकता की अग बल रही होवे ना तो उदों गुरु के आसरे के नाल ही बचिया जा सकता है। तो उस नूं बचाउण दे वास्ते सानूं अपनी पनीरी नूं संभालण दी लोड़ है। एक नजीरियन कोटेशन है, इफ द लाइन हैव नो हिस्टोरियन हिस्टरी ऑफ हंट विल ग्लोरीफाई द हंटर। तुसीं अपने इतिहास नूं आप नहीं संभालोगे तो दुश्मन हमेशा तुहाडे इतिहास नूं अपनी मर्जी के नाल लिखेगा। अज सब कुछ हो रहा है पर इस तो बचण के वास्ते साडे कोल एक ही साधन है। एक सवाल किया सी गुरु नानक सच्चे पातशाह नूं 1519 दे विच बाबे सौण ने। ये बाबा सौण कौन सी मैं तुहानूं थोड़ा जिहा दस दिना। जेकर तुसीं अपनी सुरत नूं 1340-42 च लै जाओ, एक राजा होया तज, राजपूत राजा। तज का बेटा सी कोतज, कोतज का पुत्र सी करण, करण का पुत्र सी कैशव, कैशव का पुत्र सी चाढ़ा, चाढ़े का बेटा सी कंवर थिड्डा, उसका पुत्र सी मौला,
ਮੌਲੇ ਦਾ ਪੁੱਤਰ ਸੀ ਮੌਤਾ, ਮੌਤੇ ਦਾ ਪੁੱਤਰ ਸੀ ਬਹੋੜੂ ਤੇ ਬਹੋੜੂ ਦਾ ਪੁੱਤਰ ਸੀ ਸੌਣ। ਬਾਬੇ ਸੌਣ ਦੀ ਗੁਰੂ ਨਾਨਕ ਸਾਹਿਬ ਨਾਲ ਇੱਕ ਵਾਰਤਾਲਾਪ ਹੋਈ ਹੈ ਗੁਜਰਾਤ ਦੇ ਵਿੱਚ। ਅੱਜ ਵਾਲਾ ਮੋਦੀ ਵਾਲਾ ਗੁਜਰਾਤ ਨਹੀਂ, ਇਹ ਪਾਕਿਸਤਾਨੀ ਗੁਜਰਾਤ। ਇੱਕ ਚਰਚਾ ਹੋਈ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਉਸ ਨੂੰ ਉਪਦੇਸ਼ ਦੇ ਕੇ ਤੁਰ ਲੱਗੇ ਤੇ ਬਾਬਾ ਸੌਣ ਇੱਕ ਗੱਲ ਕਹਿੰਦਾ, ਕਹਿੰਦਾ ਪਾਤਸ਼ਾਹ ਹੁਣ ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਮੇਰਾ ਦਿਲ ਨਹੀਂ ਲੱਗਣਾ, ਪਾਤਸ਼ਾਹ ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਜਵਾਬ ਦਿੱਤਾ, ਕਹਿੰਦੇ ਬਾਬਾ ਸੌਣ ਜੇ ਤੇ ਮੇਰੇ ਸਰੀਰ ਦੇ ਨਾਲ ਜੁੜੇਗਾ ਤੇ ਫਿਰ ਤੂੰ ਮਿਲ ਹੀ ਨਹੀਂ ਸਕਦਾ, ਤੇ ਜੇ ਸ਼ਬਦ ਦੇ ਨਾਲ ਜੁੜੇਗਾ ਫਿਰ ਤੇਰੀਆਂ ਪੀੜ੍ਹੀਆਂ ਵੀ ਜੁੜੀਆਂ ਰਹਿਣਗੀਆਂ। ਅੱਜ ਸਮੱਸਿਆ ਕੀ ਹੈ? ਸ਼ਬਦ ਨੂੰ ਛੱਡ ਕੇ ਸਰੀਰਾਂ ਦੇ ਨਾਲ ਜੁੜਦੇ ਜਾ ਰਹੇ ਹਾਂ। ਕਿਤੇ ਕਬਰਾਂ ਤੇ ਚਲੇ ਗਏ, ਕਿਤੇ ਧਾਗੇ ਤਵੀਤ ਨੂੰ ਮੰਨ ਲਿਆ, ਕਿਤੇ ਪਖੰਡੀਆਂ ਦੇ ਪਿੱਛੇ ਚਲੇ ਗਏ, ਕਿਤੇ ਭੂਤ ਕਹਿ ਕੇ ਸਿਰ ਘਮਾਉਣੇ ਸ਼ੁਰੂ ਕਰ ਦਿੱਤੇ। ਅੱਜ ਅਸੀਂ ਸ਼ਬਦ ਦੇ ਨਾਲ ਨਹੀਂ ਜੁੜੇ, ਮਨੁੱਖਾਂ ਦੇ ਨਾਲ ਜੁੜ ਗਏ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸ਼ਬਦ ਦੇ ਨਾਲ ਜੁੜੇਗਾ ਵਿਛੋੜਾ ਨਹੀਂ ਪਵੇਗਾ, ਸਰੀਰ ਦੇ ਨਾਲ ਜੁੜੇਗਾ ਕਦੀ ਮਿਲਾਪ ਨਹੀਂ ਹੋ ਸਕਦਾ। ਉਹ ਸ਼ਬਦ ਦੇ ਨਾਲ ਜੁੜਿਆ ਹੈ ਤੇ ਸੱਚ ਜਾਣਿਓ ਹਮੇਸ਼ਾ ਹੀ ਮਿਲਾਪ ਰਿਹਾ। ਇਸੇ ਬਾਬੇ ਸੌਣ ਦਾ ਪੁੱਤਰ ਅਰਥਾ ਸੀ, ਅਰਥੇ ਦਾ ਪੁੱਤਰ ਬਿੰਨਾ ਸੀ, ਬਿੰਨੇ ਦਾ ਪੁੱਤਰ ਦਾਸਾ ਸੀ ਤੇ ਦਾਸੇ ਦਾ ਪੁੱਤਰ ਬਾਬਾ ਮੱਖਣ ਸ਼ਾਹ ਲਬਾਣਾ ਸੀ। ਤੇ ਮੱਖਣ ਸ਼ਾਹ ਲਬਾਣੇ ਦੇ ਅੱਗੋਂ ਦੋ ਪੁੱਤ ਖੁਸ਼ਹਾਲ ਸਿੰਘ ਤੇ ਜਵੰਦ ਸਿੰਘ ਸ਼ਹੀਦ ਹੋਏ ਨੇ, ਇੱਕ ਚਮਕੌਰ ਦੀ ਗੜੀ ਦੇ ਵਿੱਚ ਔਰ ਇੱਕ ਨਰਮੋਹਗੜ੍ਹ ਦੀ ਜੰਗ ਦੇ ਵਿੱਚ ਤੀਜਾ ਲਾਲ ਸਿੰਘ ਜਿਹੜਾ ਉਹ ਬਚਿਆ ਰਿਹਾ। ਸੋ ਜਿੰਨਾ ਚਿਰ ਸ਼ਬਦ ਦੇ ਨਾਲ ਜੁੜੋਗੇ ਉਹਨਾਂ ਚਿਰ ਤੁਸੀਂ ਮਨੁੱਖ ਦੀਆਂ ਆਤਮਿਕ ਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰ ਸਕਦੇ ਹੋ। ਜਦੋਂ ਤੁਸੀਂ ਦੇਹ ਦੇ ਨਾਲ ਜੁੜ ਜਾਓਗੇ ਤੁਹਾਡਾ ਵਿਕਾਸ ਜਿਹੜਾ ਉਹ ਰੁਕ ਜਾਵੇਗਾ। ਸੋ ਮੇਰਾ ਵਕਤ ਸਮਾਪਤ ਹੈ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।